ताला ने फरमाया की फरमाया अल्लाह ताला ने आवाज थोड़ी ना ब्रेक हो रही मेनू सही नहीं आ रही ਤੁਹਾਡੀ ਆਵਾਜ਼ मैं मदद कर देना मैं भाई वो कह रहे ने कि जो आएगा ना ਇਹਦੇ ਵਿੱਚੋਂ ਹੀ ਆਏਗਾ ਕੋਈ ਨਵਾਂ ਨਹੀਂ ਆਏਗਾ लेकिन आएगा जरूर ਤੇ अल्लाह ताला ने कुरान में फरमा दिता है फिर ਇਹਦਾ मतलब सुन्नत तब्दील हो गई ਇੱਕ ਮਿੰਟ ਗਲਤ ਇਹਨਾਂ ਨੇ ਬਿਆਨ ਕੀਤਾ ਹੈ ਤੁਹਾਡੇ ਆਪਣੇ ਯਾਰ ਨੇ ਉਹਨਾਂ ਨੇ ਜਿਹੜਾ ਗੱਲ ਕੀਤੀ ਗਲਤ ਕੀਤੀ ਹੈ ਮੈਂ ਕਿਹਾ ਕੁਰਾਨ ਕਰੀਮ ਦੀ ਉਹ ਆਇਤ ਪੇਸ਼ ਕਰੋ ਜਿਹਦੇ ਵਿੱਚ ਅੱਲਾਹ ਤਾਲਾ ਨੇ ਫਰਮਾਇਆ ਕਿ ਮੇਰੀ ਜਿਹੜੀ ਤਾਲੀਮ ਹੈ ਹਾਂ ਹਜ਼ੂਰ ਸੱਲੱਲਾਹੁ ਅਲੈहि ਵਸੱਲਮ ਦੇ ਉੱਤੇ ਮੁਕੰਮਲ ਹੋਈ ਹੈ ਉਸ ਤੋਂ ਬਾਅਦ ਕੋਈ ਹੋਰ ਨਵੀਂ ਤਾਲੀਮ ਨਹੀਂ ਆ ਸਕੇਗੀ ਤਾਂ ਆਏਗੀ ਇਹ ਆਇਤ ਪੇਸ਼ ਕਰ ਦੋ ਸਾਡੇ ਸਾਹਮਣੇ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜਾਏ ਕਿ ਸੱਚ ਕੌਣ ਬੋਲ ਰਿਹਾ ਹੈ ਤੇ ਝੂਠ ਕੌਣ ਬੋਲ ਰਿਹਾ ਹੈ ਨਹੀਂ ਜਿਹੜੇ ਤੁਸੀਂ ਲਫ਼ਜ਼ ਆਖੇ ਨੇ ਇਹਨਾਂ ਲਫ਼ਜ਼ਾਂ ਨਾਲ ਤੇ ਕੋਈ ਆਇਤ ਕੁਰਾਨ ਦੀ ਨਹੀਂ ਹੈ ਯਕੀਨ ਹੈ ਪੱਕੀ ਗੱਲ ਹੈ ਹਾਂਜੀ ਇਹਨਾਂ ਲਫ਼ਜ਼ਾਂ ਵਿੱਚ ਕੋਈ ਕੁਰਾਨ ਦੀ ਆਇਤ ਨਾਜ਼ਲ ਨਹੀਂ ਹੋਈ ਹੈ ਕਿਹੜੇ ਲਫ਼ਜ਼ ਨੇ ਫਿਰ ਉਹ ਪੇਸ਼ ਕਰ ਦੋ ਪਤਾ ਨਹੀਂ ਹੁਣ ਤੁਸੀਂ ਕਿਹੜੇ ਮਫਹੂਮ ਚ ਮੰਗਦੇ ਪਏ ਹੋ ਮੈਂ ਸਮਝ ਨਹੀਂ ਸਕਿਆ ਤੁਹਾਡੀ ਗੱਲ ਪੂਰੀ ਆਦਮ ਹੋਣ ਦੇ ਹਾਸੀਅਤ ਨਾਲ ਤੁਸੀਂ ਇਹ ਮੇਰੀ ਗੱਲ ਸਮਝੇ ਨਹੀਂ ਮੈਂ ਇਸ਼ਾਰਾ ਜਿਹੜਾ ਕੀਤਾ ਉਹਦਾ ਤੁਹਾਨੂੰ ਸਮਝ ਨਹੀਂ ਲੱਗੀ ਇਸ਼ਾਰਾ ਨਾ ਕਰੋ ਖੁੱਲ ਕੇ ਗੱਲ ਕਰੋ खुल के गल की भाईजान मैं क्या कुरान करीम की एक आयत जिहदे अल्लाह ताला फरमांदा कि मैंने तुम्हारे ऊपर तुम तलीमात जो है कुरान करीम के वो मुकम्मल की आयत है आयत अल यौम अकमलतु लकुम दीनकुम व अतममतु अलैकुम निअमती व रज़ीतु लकुम अल इस्लाम दीना लेकिन ਉਹਦੇ ਚ ਜਿਹੜੀ ਤੁਸੀਂ ਅਗਲੇ ਲਫ਼ਜ਼ पे बोलते हो लफ़ज़ कोई नहीं है ਇਹਦਾ ਮਤਲਬ ਕੀ ਬਣਦਾ ਫਿਰ ਮੈਨੂੰ ਇਹ ਦੱਸ ਦਿਓ ਸਮਝਾ ਦਿਓ ਫਿਰ अल यौम अकमलतु लकुम आज दे दिन असां मुकम्मल कर छड़िया ਤੁਹਾਡਾ दीन वातममतु अल यौम अकमलतु लकुम दीनकुम वातममतु अलैकुम निअमती ਤੁਹਾਡੇ ਤੇ ਨਿਮਤ ਆਪਣੀ तमाम कर ਦਿੱਤੀ व रज़ीतु लकुम अल इस्लाम दीन और ਤੁਹਾਡੇ ਬਾਅਦ ਇਸਲਾਮ ਨੂੰ दीन ਬੈਸੀਅਤ दीन ਯਾਨੀ ਉਹਦੇ ਤੇ ਅਸੀਂ ਰਾਜ਼ੀ ਹੋ ਗਏ ਅੱਛਾ ਤੇ ਜਿਹੜਾ दीन ਜਿਹੜਾ ਵਾ ਇਸ ਮੁਕੰਮਲ ਕਰ ਦਿੱਤੀ ਹੈ ਉਹਦੇ ਵਿੱਚ ਕੁਰਾਨ ਕਰੀਮ ਦੀ ਤਾਲੀਮਾਤ ਨੇ ਜਾਂ ਦੂਸਰੀ ਕੁਤੁਬ ਦੀ ਤਾਲੀਮਾਤ ਨੇ ये कुरान करीम दा ते इत्थे किते जिक्र नहीं है इत्थे ते इन्ना ही है अल यौम अकमलतु लकुम दीनकुम असां दीन ਤੁਹਾਡਾ ਮੁਕੰਮਲ ਕਰ ਦਿੱਤਾ ਹੈ दीन ਦੇ ਵਿੱਚ ਕੀ ਆਂਦਾ ਹੈ दीन ਦੀ ਕਿਤਾਬ ਆਂਦੀ ਕਿ ਨਹੀਂ ਆਂਦੀ ਤੁਸੀਂ ਕੀ ਕਹਿਣਾ ਕੀ ਚਾਹੁੰਦੇ ਹੋ ਇੰਨੇ ਮਤਲਬ ਘੁੰਮਣ ਘੇਰੀਆਂ ਪਾਉਣ ਨੂੰ ਸਿੱਧੀ ਗੱਲ ਦੱਸੋ ਵੀ ਕੀ ਕਹਿਣਾ ਚਾਹੁੰਦੇ दीन ਦੇ ਵਿੱਚ ਕੀ ਕੁਝ ਸ਼ਾਮਲ ਹੈ ਦੱਸ ਸਕਦੇ हाँ हाँ कुरान और हदीस दा ना ही शरीयत है तुसी गल करो की कहना चाहते हो अमर भाई मैनू थोड़ी जी समझ आई वो यह कहना चाह रहे हैं कि अल्लाह ने जो आप फरमा दिता कि दीन मुकम्मल हो गया तो लिहाजा सुन्नत बंद हो गई या सुन्नत फिर तब्दील हो गई जो मैनू समझ आई है किस हिसाब नाल तब्दील हुई है जी तुसी गल कर रहे हो जी अगे ते अल्लाह दी सुन्नत सी ना अगे ते मोहसिन साहब अगे अल्लाह दी सुन्नत सी कि अल्लाह ताला ਨਵਾਂ ਦੀਨ ਭੇਜਦਾ ਸੀ ਨਵੀਂ ਸ਼ਰੀਅਤ ਭੇਜਦਾ ਸੀ ਕਿਤਾਬ ਇਸ ਆਇਤ ਦੇ ਉੱਤੇ ਜਿਹੜੀ ਮੈਂ ਤੁਹਾਡੇ ਕੋਲ ਪੜ੍ਹਾਈ ਹੈ ਇਹਦੇ ਵਿੱਚ ਕੀ ਕੀਤਾ ਲਾਜ਼ਮੀਆਂ ਨੇ ਕੀ ਕੀਤਾ ਫੁੱਲ ਸਟਾਪ ਲਾਇਆ ਜਾਂ ਅੱਗੇ ਰੱਖਿਆ ਕਰਾਂਗਾ ਅਗਰ ਇਹਦਾ ਹਾਂਜੀ ਅਗਰ ਇਹਦਾ ਇਹ ਮੈਨਾਂ ਹੈ ਕਿ ਹੁਣ ਕੋਈ ਸਾਹਿਬ ਕਿਤਾਬ ਨਬੀ ਨਹੀਂ ਆ ਸਕਦਾ ਤੇ ਠੀਕ ਹੈ ਮੈਂ ਤੁਹਾਡੇ ਨਾਲ ਮੁਤਫਿਕ ਹਾਂ ਤਾਂ ਮਤਲਬ ਤੇ ਫਿਰ ਇਹ ਨਿਕਲਿਆ ਕਿ ਸੁਨਨਤ ਜਿਹੜੀ ਅੱਗੇ ਸੀ ਅੱਲਾ ਦੀ ਉਹ ਖਤਮ ਹੋ ਗਈ ਹੈ ਅੱਲਾ ਦੀ ਸੁਨਨਤ ਸੀ ਸਾਹਿਬ ਕਿਤਾਬ ਨਬੀ ਭੇਜਣ ਦੀ ਉਹ ਖਤਮ ਹੋ ਗਈ ਉਹ ਰੁਕ ਗਈ ਨਹੀਂ ਫਿਰ ਤੁਸੀਂ ਵੀ ਡੰਡੀ ਮਾਰਨ ਦੇ ਮੇਰੇ ਤੇ ਜਿਹੜਾ ਪਰਚਾ ਦੇਣਾ ਦਈਆ ਉਹ ਆਪਣੇ ਨਾਲ ਕੋਈ ਗੱਲ ਜਾਣਨਾ ਤੇ ਮੈਂ ਜਿਹੜੀ ਡੰਡੀ ਮਾਰੀ ਦੱਸੋ ਮੈਨੂੰ ਫੜਾਓ ਰਾਂ ਵੀ ਇਹ ਡੰਡੀ ਹੈ ਮੈਂ ਤਰੋੜ ਦੇਣਾ ਉਹਨੂੰ ਤੁਸੀਂ ਇਹ ਆਖੋ ਕਿ ਸੁਨਨਤ ਜਾਰੀ ਹੈ लेकिन दीन मुकम्मल हो गया या को सुन्नत अल्लाह दी जारी है या को अल्लाह ताला दी सुन्नत तुसा क्या मेरे आमन तो पहले तुसी गल पे करदे सी कि सुन्नत जेड़ी है ओ मौसम भाई अमल दा ना है मौसम भाई कंटीन्यूअस हां जी कुछ जगह दे उते मिलदा है कि आ सल्लल्लाहु अलैहि वसल्लम खड़े होके भी पेशाब कर मिलदा है कि वो सुन्नत है वो बन गई सुन्नत यही तो गल इन्हां समझ नहीं लग रही मैं जिहड़ी गल करने ਉਹ ਉਹਨਾਂ ਨੂੰ ਸਾਰੀ ਕਰਦਾ ਪਤਾ ਛੱਡ ਕਰਦੇ ਹੋ ਤੁਸੀਂ ਜਿਹੜੀ ਗੱਲ ਨੂੰ ਸੁਨਨਤ ਆਖਿਆ ਨਾ ਜਿਹੜੀ ਗੱਲ ਨੂੰ ਤੁਸੀਂ ਸੁਨਨਤ ਆਖਿਆ ਬਈ ਅੱਲਾਹ ਤਾਲਾ ਸੁਨਨਤ ਤਬਦੀਲ ਨਹੀਂ ਕਰਦਾ ਹੁਣ ਤੁਸੀਂ ਉਹ ਗੱਲ ਦੱਸ ਛੜੋ ਕਿਹੜੀ ਸੁਨਨਤ ਮੈਂ ਮੌਸਮ ਭਾਈ ਇਹ ਸੁਨਨਤ ਬਣ ਜਾਏਗੀ ਨਹੀਂ बन नहीं सकती जी कुरान और कुरान करीम के खिलाफ चलती
ਸੁਨਨਤ ਤੇ ਉਹ ਬਣੇਗੀ ਨਾ ਜਿਹੜੀ ਅੱਲਾਹ ਤਾਲਾ ਨੇ ਨਬੀ ਦੇ ਉੱਤੇ ਭੇਜੀ, ਤੇ ਉਹ ਹਕੀਕੀ ਤੌਰ ਤੇ ਉਹਨਾਂ ਨੇ ਉਸ ਰੰਗ 'ਚ ਅਮਲ ਕੀਤਾ ਜਿਹੜਾ ਕੁਰਾਨ ਕਰੀਮ ਦਾ ਤਾਲੀਮ ਸੀ। ਜਿਹੜੀ ਚੀਜ਼ ਮਸੂਮ ਭਾਈ ਖੁਦਾ ਤਾਲਾ ਨੇ ਦੱਸ ਛੜੀ ਜੀ ਕਿ ਇਹ ਹੁਣ ਖਤਮ, ਦੀਨ ਮੁਕੰਮਲ। ਅੱਲਾਹ ਤਾਲਾ ਨੇ ਫਰਮਾ ਦਿੱਤਾ ਕਿ ਦੀਨ ਮੁਕੰਮਲ ਹੋ ਗਿਆ ਤੇ ਹੁਣ ਇਹ ਸੁन्नत ਜਿਹੜੀ ਹੈ ਇਹ ਖਤਮ ਹੋ ਗਈ ਹੈ ਨਾ। ਜਿਹੜੀ ਸੁन्नत ਸ਼ਰੀਅਤ ਭੇਜਣ ਵਾਲੀ ਅੱਲਾਹ ਤਾਲਾ ਦੀ ਸੁन्नत ਸੀ, ਕਿਤਾਬ ਘੱਲਣ ਵਾਲੀ ਸਾਹਿਬ ਕਿਤਾਬ ਨਬੀ ਕੇ ਭੇਜਣ ਵਾਲੀ, ਉਹ ਸੁन्नत ਖਤਮ ਹੋ ਗਈ, ਬੰਦ। ਇੱਥੇ ਸਟਾਪ ਹੋ ਗਿਆ ਨਾ। ਮੈਂ ਕਹਿੰਦਾ ਐਗਰੀ ਆ ਮੈਂ ਤੁਹਾਡੇ ਨਾਲ, ਤੇ ਫਿਰ ਕਹਿ ਦਿਓ ਨਾ ਕਿ ਇਹ ਸੁन्नत ਅੱਲਾਹ ਤਾਲਾ ਦੀ ਸੀ ਜਿਹੜੀ ਕਿ ਹੁਣ ਖਤਮ ਹੋ ਗਈ ਹੈ, ਬੰਦ ਹੋ ਗਈ, ਅੱਲਾਹ ਨੇ ਤਬਦੀਲ ਕਰ ਦਿੱਤੀ। ਠੀਕ ਹੈ ਗੱਲ? ਕੀ ਤਬਦੀਲ ਕੀਤੀ ਹੈ ਦੱਸੋ, ਕੀ ਅੱਗੇ ਤਬਦੀਲੀ ਕੀਤੀ ਹੈ ਦੱਸੋ। ਇਹ ਤੁਸੀਂ ਤਬਦੀਲ ਦਾ ਜਿਹੜਾ ਲਫ਼ਜ਼ ਬੋਲਦੇ ਹੋ ਉਹਦੇ ਵਿੱਚ ਮੈਨੂੰ ਇਹ ਦੱਸੋ ਕੀ ਮਤਲਬ ਲੈਂਦੇ ਹੋ। ਇਹ ਲਫ਼ਜ਼ ਤੁਸੀਂ ਤੇ ਬੋਲਦੇ ਸੋ ਕਿ ਸੁन्नत ਤਬਦੀਲ ਨਹੀਂ ਅੱਲਾਹ ਤਾਲਾ ਕਰਦਾ। ਸੂਰਾ ਹਜ਼ਾਬ ਦੀ ਆਇਤ ਮੇਰੇ ਆਮਨ ਤੋਂ ਪਹਿਲੇ ਤੁਸੀਂ ਵੀ ਕੋਟ ਕਰਦੇ ਸੀ ਨਾ ਕਿ ਅੱਲਾਹ ਤਾਲਾ ਆਪਣੀ सुन्नत तब्दील नहीं करता। नहीं मौसम भाई, यहाँ फिर मान जान के वो सुन्नत नहीं, यहाँ मान जान के वो सुन्नत तब्दील नहीं करता। मैं ਤੁਹਾਨੂੰ ਪੁੱਛਿਆ ਸੀ ਹਾਂਜੀ ਇਹਦਾ ਫਿਰ ਕੋਈ ਦੱਸ ਦੇ ਨਾ ਕਿ ਕੀ ਵਜ੍ਹਾ ਹੈ। ਯਾ ਇਹ ਤੇ ਮੈਂ ਪੁੱਛਣਾ ਚਾਹ ਰਿਹਾ ਕਿ ਮੈਨੂੰ ਕੀ ਸਮਝਿਆ ਇਸ ਗੱਲ ਦੇ ਵਿੱਚ। ਇੱਕ ਹੀ ਬੰਦਾ ਪੁੱਛੋ, ਜਿਹੜੀ ਗੱਲ ਵੀ ਪੁੱਛਣੀ ਹੈ ਤੁਸੀਂ ਸਾਨੂੰ ਪੁੱਛ ਲਓ, ਅਸੀਂ ਤੁਹਾਨੂੰ ਪੁੱਛ ਲਈਏ ਤੇ ਗਾਲਾਂ ਗੁਲਾਂ ਤੋਂ ਬਗੈਰ ਹੀ ਕੰਮ ਚਲਾ ਲਈਏ। ਭਾਈ ਸਾਹਿਬ ਜਿਹਨੂੰ ਮਾੜਾ ਚੰਗਾ ਬੋਲਣ ਦੀ ਬਜਾਏ ਨਹੀਂ ਅਮਨ ਨਜ਼ੀਰ ਸਾਹਿਬ ਤੁਹਾਨੂੰ ਕਿਸੇ ਨੇ ਗੱਲ ਤਾਂ ਨਹੀਂ ਕੀਤੀ। ਨਹੀਂ ਕੋਈ ਨਹੀਂ, ਮੈਂ ਕਹਿੰਦਾ ਵੀ ਇੰਜ ਨਰਮੀ ਨਾਲ ਜਿੰਜ ਗੱਲ ਵੀ ਹੁੰਦੀ ਹੈ ਨਾ। ਤਾਹਿਰ ਭਾਈ ਇੱਕ ਸੈਕਿੰਡ, ਆਮਰ ਸਾਹਿਬ ਤੁਸੀਂ ਆਲਮ ਹੋ। ਗੱਲ ਜਿੰਜ ਹੁੰਦੀ ਹੈ ਇੰਜ ਕਰ ਲਈਏ, ਲੇਕਿਨ ਗੱਲ ਇੱਕ ਬੰਦਾ ਕਰੋ। ਜਦੋਂ ਦੋ ਤਰੇ ਬੰਦੇ ਗੱਲ ਕਰੋਗੇ ਨਾ ਫਿਰ ਇਰੀਟੇਸ਼ਨ ਹੋਵੇਗੀ। ਆਮਰ ਸਾਹਿਬ ਦੇਖੋ, ਜੱਟ ਸਾਹਿਬ ਜਿਹੜਾ ਉਹ ਮੇਰੇ ਨਾਲ ਗੱਲ ਕਰ ਰਹੇ ਨੇ, ਜੱਟ ਸਾਹਿਬ ਮੇਰੇ ਨਾਲ ਗੱਲ ਕਰ ਰਹੇ ਨੇ, ਉਹ ਮੈਨੂੰ ਗੱਲ ਕਰ ਰਹੇ ਨੇ, ਸਮਝਾ ਰਹੇ ਨੇ, ਪੁੱਛ ਰਹੇ ਨੇ, ਉਹ ਵੀ ਤੁਹਾਨੂੰ ਅੱਗੇ ਸਵਾਲ ਕਰ ਰਹੇ ਹਾਂ। ਠੀਕ ਹੋ ਗਿਆ, ਠੀਕ ਹੋ ਗਿਆ। ਚਲੋ ਤੁਸੀਂ ਫਿਰ ਪਹਿਲਾਂ ਸਮਝ ਅਸੀਂ ਉਹੀ ਉਦੋਂ ਤੱਕ ਦੇਖਿਆ ਕਿ ਤੁਸੀਂ ਜਿਬਰਾਈਲ ਸਾਹਿਬ ਜਿਹੜੇ ਨੇ ਇਹੀ ਕਰ ਰਹੇ ਨੇ, ਜਾਨ ਸਾਹਿਬ ਜੋ ਵੀ ਤੁਹਾਡਾ ਨਾਮ ਹੈ। ਠੀਕ ਹੋ ਗਿਆ ਸਰ, ਬਸ ਗੱਲ। ਅੱਛਾ, ਇਹਦਾ ਮਤਲਬ ਆਮਨ ਨਜ਼ੀਰ ਸਾਹਿਬ ਸਾਡਾ ਇਹਦਾ ਮਤਲਬ ਇੱਥੇ ਤੱਕ ਮੁਕੰਮਲ ਪ੍ਰੋਪਰ ਜਿਹੜਾ ਨਾ ਰੂਲ ਹੋਇਆ ਕਿ ਤੁਸੀਂ ਮੰਨ ਰਹੇ ਹੋ ਕਿ ਜਿਹੜੀ ਹੈ ਨਾ ਦੀਨ ਮੁਕੰਮਲ ਹੋ ਗਿਆ, ਸ਼ਰੀਅਤ ਜਿਹੜੀ ਹੈ ਨਾ ਮੁਕੰਮਲ ਹੋ ਗਈ ਹੈ ਆਪ ਉਸ ਸੱਲੱਲਾਹੁ ਅਲੈਹਿ ਵਸੱਲਮ ਦੇ ਉੱਤੇ। ਇਸ ਤੋਂ ਬਾਅਦ ਹੁਣ ਕੋਈ ਨਵੀਂ ਸ਼ਰੀਅਤ ਨਹੀਂ ਆ ਸਕਦੀ, ਇਸ ਤਰ੍ਹਾਂ ਹੀ ਹੈ। ਜੀ ਠੀਕ ਹੈ। ਫਿਰ ਜਿਹੜਾ ਅੱਲਾਹ ਤਾਲਾ ਨੇ ਨਬੀ ਨੇ ਖੁਦ ਹਦੀਸਾਂ ਦੇ ਵਿੱਚ ਕਿਹਾ ਕਿ ਮੇਰੇ ਬਾਅਦ ਇੱਕ ਨਬੀ ਆਏਗਾ। 4 ਦਫਾ ਨਬੀਉल्लाह ਈਸਾ ਦਾ ਨਾਮ ਉਹਨਾਂ ਨੇ ਦਿੱਤਾ ਹੈ। ਨਾਮ ਉਹਨਾਂ ਨੇ ਇਸ ਲਈ ਦਿੱਤਾ ਕਿ ਉਹ ਉਹਨਾਂ ਦਾ ਅੱਗੋਂ ਨਾਲ ਇਹ ਵੀ ਦੱਸਿਆ ਕਿ ਦਜਾਲ ਦਾ ਜਿਹੜਾ ਉਹਨਾਂ ਨੇ ਲੜਨਾ ਹੈ। ਠੀਕ ਹੈ, ਤੇ ਇਹਦਾ ਮਤਲਬ ਕੀ ਸੀ? ਦਜਾਲ ਜਿਹੜਾ ਵਾ ਉਹ ਤੁਹਾਡੇ ਨਜ਼ਰ 'ਚ ਕੀ ਹੈ, ਪਹਿਲਾਂ ਹੁਣ ਇਹ ਸਮਝਾ ਦਿਓ। ਅਮਰ ਭਾਈ ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਪਿਛਲੀ ਗੱਲ ਸਮਝ ਆ ਚੁੱਕੀ ਹੈ, ਸਾਨੂੰ ਸੁन्नत ਤਬਦੀਲ ਨਹੀਂ ਹੋਈ, ਲੇਕਿਨ ਸ਼ਰੀਅਤ ਬੰਦ ਹੈ, ਦੀਨ ਮੁਕੰਮਲ ਹੈ, ਹੁਣ ਨਵੀਂ ਗੱਲ ਕਰ ਇਹ ਕਹਿਣਾ ਚਾਹੁੰਦਾ। ਜਿਬਰਾਈਲ ਸਾਹਿਬ ਗੱਲ ਹੈ ਜੇ ਜਿਹੜੀ ਸ਼ਰੀਅਤ ਮੁਕੰਮਲ ਹੋ ਗਈ ਹੈ ਨਾ, ਇਹਦਾ ਮਤਲਬ ਇਹ ਹੈ ਕਿ ਉੱਥੇ ਫੁੱਲ ਸਟਾਪ ਲੱਗ ਗਿਆ। ਇਸ ਤੋਂ ਬਾਅਦ ਕੋਈ ਨਵੀਂ ਕਿਤਾਬ ਲੈ ਕੇ ਬੰਦਾ ਨਹੀਂ ਉੱਠ ਸਕਦਾ। ਅੱਲਾਹ ਤਾਲਾ ਦਾ ਅਜ਼ਾਬ ਪਾਏਗਾ। ਠੀਕ ਹੈ, ਕੋਈ ਵੀ ਨਬੀ ਇਸ ਤਰ੍ਹਾਂ ਦਾ ਹੁਣ ਇਸ ਤੋਂ ਬਾਅਦ ਪੈਦਾ ਨਹੀਂ ਹੋਏਗਾ ਜਿਹੜਾ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਤਾਲੀਮਾਤ ਨੂੰ ਅੱਗੇ ਲੈ ਕੇ ਨਹੀਂ ਚਲੇਗਾ। ਜਿਹੜਾ ਕਰੇਗਾ ਇਦਾਂ ਦਾ ਕੰਮ, ਉਹ ਅੱਲਾਹ ਤਾਲਾ ਨੇ ਉਹਨੂੰ ਸਾਫ਼ ਕਹਿ ਤੱਕ ਮੈਂ ਉਹਨੂੰ ਆਪਣੇ ਸਜ਼ਾ ਦੇਵਾਂਗਾ। ਉਹ ਤਾਂ ਠੀਕ ਹੈ, ਜਿਹੜੀ ਸੁन्नत ਬਿਆਨ ਦੱਸੋ ਨਬੀ ਘੱਲਣ ਦੀ ਅੱਲਾਹ ਦੀ ਸੁन्नत ਰੁਕੀ, ਉਹ ਨਹੀਂ ਰੁਕੀ। ਮੈਂ ਉਹਦੇ ਉੱਤੇ ਫੁੱਲ ਸਟਾਪ ਨਹੀਂ ਲਾਇਆ, ਮੈਂ ਉਹਦੇ ਉੱਤੇ ਸਵਾਲ ਨਹੀਂ ਉਠਾ ਰਿਹਾ, ਤੁਸੀਂ ਉਠਾ ਰਹੇ ਹੋ। ਨਬੀ ਭੇਜਣ ਦੀ ਸੁन्नत ਜਾਰੀ ਹੈ ਜਾਂ ਬੰਦ ਹੋ ਗਈ ਹੈ? ਉਹ ਜਾਰੀ ਹੈ। ਨਬੀ ਭੇਜਣ ਦੀ ਸੁन्नत ਜਿਹੜੀ ਅੱਲਾਹ ਤਾਲਾ ਨੂੰ ਸ਼ਰੀਅਤ ਬੰਦ ਹੋ ਗਈ ਹੈ। ਸ਼ਰੀਅਤ ਵਾਲੀ ਸੁन्नत ਅੱਲਾਹ ਤਾਲਾ ਦੀ ਜਿਹੜੀ ਉਹ ਤਬਦੀਲ ਹੋ ਗਈ ਹੈ ਜਾਂ ਰੁਕ ਗਈ ਹੈ? ਪਹਿਲੇ ਜਾਰੀ ਸੀ, ਹੁਣ ਬੰਦ ਹੋ ਗਈ। ਠੀਕ ਹੈ ਗੱਲ? ਹਾਂਜੀ, ਇਸ ਤਰ੍ਹਾਂ ਕਿਤਾਬ ਭੇਜਣ ਵਾਲੀ ਜਾਂ ਸ਼ਰੀਅਤ ਭੇਜਣ ਵਾਲੀ ਜਿਹੜੀ ਸੁन्नत ਸੀ ਉਹ ਅੱਲਾਹ ਤਾਲਾ ਨੇ ਬੰਦ ਕਰ ਦਿੱਤੀ। ਚਲੋ ਠੀਕ ਹੋ ਗਿਆ, ਤੇ ਗੱਲ ਕਲੀਅਰ ਹੋ ਗਈ ਕਿ ਉਹ ਜਿਹੜੀ ਗੱਲ पे ਮਜਮੂਈ ਕਰਦੇ ਸਨ ਨਾ ਮੇਰੇ ਆਉਣ ਤੋਂ ਪਹਿਲੇ ਕਿ ਬਈ ਸੁन्नत ਅੱਲਾਹ ਤਾਲਾ ਤਬਦੀਲ ਨਹੀਂ ਕਰਦਾ। ਇੱਥੋਂ ਸਾਬਤ ਹੋ ਗਿਆ ਕਿ ਕੋਈ ਤਬਦੀਲ ਕਰ ਵੀ ਲੈਂਦਾ ਹੈ ਤੇ ਕੋਈ ਨਹੀਂ ਵੀ ਤਬਦੀਲ ਕਰਦਾ। ਕੋਈ ਐਸੀਆਂ ਸੁन्नਤਾਂ ਨੇ ਅੱਲਾਹ ਦੀਆਂ ਜਿਹੜੀਆਂ ਜਾਰੀ ਨੇ ਤੇ ਕੋਈ ਉਹ ਨੇ ਜਿਹੜੀਆਂ ਨਹੀਂ ਜਾਰੀ। ਉਹਦੇ ਤੋਂ ਮਤਲਬ ਹੈ ਕੱਢਣਾ, ਖੁਦ ਸਾਖਤਾ ਮਨ ਹੀ ਕੱਢਣਾ।
کہ بھئی نبوت اللہ دی سنت ہے، نبوت کلنا، نبی کلنا۔ بھائی کہ کیا خدا تعالیٰ غلط گل کر رہا ہے؟ ਤੁਸੀਂ ਹੁਣ ਆਪਸ ਗੱਲ ਕਰਨ ਲੱਗੇ ਹੋ? نہیں کر دو ਆਮਰ ਸਾਹਿਬ ਤੁਸੀਂ کہ ਮੇਰੇ ਨਾਲ ਗੱਲ ਕਰਨਾ ਤੇ ਨਾਮਰ ਭਾਈ ਇੱਥੇ ਮੈਂ ਤੁਹਾਡੇ ਨਾਲ ਵੈਰੀਫਾਈ ਕਰ ਲੈ, ਮੈਂ ਨਹੀਂ ਗੱਲ ਕਰਦਾ। ਜਮਾਨੀ ਦੀ ਲੋੜ ਹੈ, ਤੁਸੀਂ ਹੁਣ ਮਾਈਕ ਬੰਦ ਕਰ ਲਓ, ਤੁਹਾਡਾ ਕੰਮ ਹੋ ਅੱਛਾ ਚੁੱਕਿਆ। ਠੀਕ। ਤੁਸੀਂ ਅਮਨ ਨਜ਼ੀਰ ਤਾਹਿਰ ਅਮਜਦ ਭਾਈ ਆਏ ਨੇ, ਉਹਨਾਂ ਨਾਲ ਕਰ ਲਓ, ਉਹ ਵੀ ਤਸ਼ਰੀਫ ਲਾ ਚੁੱਕੇ ਨੇ। ਨਹੀਂ ਆਮਰ ਸਾਹਿਬ ਜਿਹੜੀ ਮੈਂ ਗੱਲ ਕੀਤੀ ਉਹਦੇ ਮਤਲਬ ਹੈ ਕਿ ਤੁਸੀਂ ਦੋ ਗੱਲਾਂ ਮੰਨ ਗਏ ਹੋ, ਠੀਕ ਹੈ। ਮੈਂ ਤੇ ਇੱਕ ਕਰਕੇ ਸਾਰੀਆਂ ਹੀ ਤੁਹਾਡੀਆਂ ਮੰਨਣਾ ਪਿਆ ਵਾਂ। ਤੁਸੀਂ ਜੋ ਫਰਮਾਇਆ ਪਹਿਲੇ ਕਿ ਸੁਨਨਤ ਜਾਰੀ ਹੈ ਜਾਂ ਬੰਦ ਹੋ ਗਈ ਹੈ ਜਾਂ ਤਬਦੀਲ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ, ਜੋ ਕੁਝ ਸਾਖਿਆ ਤੁਹਾਡੇ ਨਾਲ ਇਤਫਾਕ ਹੀ ਕੀਤਾ, ਕੋਈ ਅਸਾਂ ਇਖਤਲਾਫ ਤੇ ਲੜਾਈ ਝਗੜਾ ਤੇ ਸਾਡੇ ਦਰਮਿਆਨ ਹੋਇਆ ਹੀ ਕੋਈ ਨਹੀਂ ਨਾ। ਅੱਛਾ ਵੈਸੇ ਤੁਹਾਡੇ ਨਜ਼ਦੀਕ ਸੁਨਨਤ ਕਿਹਨੂੰ ਕਹਿੰਦੇ ਨੇ, ਕਿਸ ਚੀਜ਼ ਨੂੰ ਕਹੀਦਾ? ਜਿਹੜੀ ਜਿਹਨੂੰ ਤੁਸੀਂ ਸੁਨਨਤ ਬਣਾਉਣ ਲੱਗੇ ਸੋ ਨਾ, ਉਹ ਸੁਨਨਤ ਨਹੀਂ ਹੈ। ਜਿਹਦਾ ਨਾਂ ਤੁਸੀਂ ਸੁਨਨਤ पे रखते सो कि अल्लाह ताला सुन्नत तब्दील नहीं करता, यानी कि नबी घलने अल्लाह ताला ओदा सुन्नत है अल्लाह दी नबियां नूं भेजना, ਇਹਦੀ ਤਬਦੀਲੀ अल्लाह ताला नहीं करता। ਇਹੀ पे कहंदे सो ना ਜੀ ਇਹ ਇੱਕ ਸੈਂਪਲ ਹੈ। ਉਹ ਇਸ ਐਗਜ਼ਾਮਪਲ ਚੋਂ ਇਹੀ ਸਾਬਤ पे ਹੁੰਦਾ ਹੈ ਕਿ ਵੀ अल्लाह ताला नबी घलने बंद नहीं करेगा, ਇਹ ਦੀ ਸੁਨਨਤ ਨਬੀ ਕਲਨਾ। ਲੇਕਿਨ ਜਦੋਂ ਪੁੱਛਿਆ ਕਿ ਸਾਹਿਬ ਸ਼ਰੀਅਤ ਨਬੀ ਕਲਨਾ, ਕਿਤਾਬ ਦੇ ਕੇ ਨਬੀ ਨੂੰ ਭੇਜਣਾ, ਤੁਸੀਂ ਫਰਮਾਇਆ ਕਿ ਇਹ ਤਬਦੀਲ ਹੋ ਜਾਂਦੀ ਹੈ। ਨਹੀਂ ਇਹ ਤੇ ਗਲਤ ਤੁਸੀਂ ਗਲਤ ਸਮਝਦੇ। ਮੈਂ ਹੁਣ ਤੁਸੀਂ ਆਪਣੇ ਵੱਲੋਂ ਗੱਲ ਦਿੱਤੀ ਹੈ, ਮੈਂ ਇਹ ਅਲਫਾਜ਼ ਇਸਤੇਮਾਲ ਕੀਤੇ ਨੇ, ਬੇਸ਼ੱਕ ਤੁਸੀਂ ਰਿਕਾਰਡ ਵੀ ਕੀਤੇ ਹੋਣਗੇ, ਮੈਂ ਦੁਬਾਰਾ ਦੁਹਰਾ ਦੇਣਾ। ਮੈਂ ਇਹ ਅਲਫਾਜ਼ ਕੀਤੇ ਨੇ ਕਿ ਸ਼ਰੀਅਤ ਲੈ ਕੇ ਆਉਣ ਵਾਲਾ ਨਵਾਂ ਕੋਈ ਕਿਤਾਬ ਲੈ ਕੇ ਨਵੀਂ ਲੈ ਕੇ ਆਉਣ ਵਾਲਾ ਨਬੀ ਨਹੀਂ ਆਏਗਾ। ਨਬੀਆਂ ਦੀ ਆਮਦ ਜਿਹੜੀ ਹੈ ਅੱਲਾਹ ਤਾਲਾ ਨੇ ਕਿਤੇ ਨਹੀਂ ਰੋਕੀ ਕੁਰਾਨ ਕਰੀਮ ਦੇ ਵਿੱਚ। ਮੋਹਸਨ ਭਾਈ ਸੁਨਨਤ ਫਿਰ ਇਹ ਵੀ ਲੈ ਲੈਣ ਕਿ ਕਿਸੇ ਨੂੰ ਮਛਲੀ ਦੇ ਪੇਟ 'ਚ ਰੱਖ ਕੇ ਬਚਾਣਾ, ਉਹ ਸੁਨਨਤ ਬਣ ਗਈ। ਕਿਸੇ ਨਬੀ ਨੂੰ ਬਗੈਰ ਬਾਪ ਤੋਂ ਪੈਦਾ ਕਰਨਾ ਸੁਨਨਤ ਬਣ ਗਈ। ਇਹ ਸਾਰੀਆਂ ਸੁਨਨਤਾਂ ਬਣ ਗਈ। ਨਬੀ ਮਜਮੂਆ ਨਬੀ ਸੁਨਨਤ ਬਹੁਤ ਸੁਨਨਤਾਂ ਬਣ ਜਾਣਗੀਆਂ, ਨਿੱਕੇ ਨਿੱਕੇ ਨਾ ਬਹੁਤ ਸਾਰੀ ਬਣ ਜਾਣਗੀਆਂ। ਜਿਸ ਵੇਲੇ ਤੁਹਾਡੀ ਆਪਸ ਵਿੱਚ ਗੱਲ ਹੋਗੀ तो फिर मैं अस्सलाम वालेकुम नजीर भाई। नजीर साहब मैंने आपको फॉलो किया, आपने फॉलो बैक नहीं किया। मुझे आपसे बात करनी थी ना, तो मैंने पहले भी आपसे अर्ज किया था कि मुझे आपसे बात। मैं अभी करता हूँ। मेरे ख्याल आपको मैसेज आ गया होगा, मैंने आपको फॉलो बैक कर दिया है। जी नजीर साहब अब बताएं क्या कह रहे हैं आप? नहीं, मुझे इतना ही कहना है कि जो आप कह रहे थे कि अल्लाह ताला सुन्नत तब्दील नहीं करता, जो अब आपने बात बताई है कि ये वाली सुन्नत तो अल्लाह ताला की थी ना, कि वो किताब वाला नबी साहिब किताब नबी भेजता था, ये सुन्नत तब्दील हो गई है। इससे एग्री हुए हैं मेरे साथ या नहीं? कहाँ हुई ये तब्दीली, ये बता दें आप मुझे। कोई एक एग्जाम्पल दे दें जहाँ पर किसी नबी को अल्लाह ताला ने भेजा हो और किताब भी नहीं भेजी हो, ये बताना। आपका खुद का ये दावा है कि अब शरीयत नहीं आ सकती, किताब लेकर कोई नबी नहीं आ सकता, यही आपने कहा? ये मैंने कहा है, ये कुरान करीम की बात है। हाँ, लेकिन इससे साबित तो यही हुआ ना कि अब वो सुन्नत जो है किताब भेजने वाली, शरीयत भेजने वाली, वो सुन्नत तब्दील हो गई। ये ठीक है बात की गलत? तब्दील नहीं हुई, रुक गई है, वो अल्लाह ताला ने रुकी हुई है, उसके ऊपर फुल स्टॉप लगाया हुआ है अल्लाह ताला ने। पहले जारी थी, अब रुक गई है, तब्दीली आई ना उसमें भाईजान। क्या तब्दीली आई है बताएं? तब्दीली तो तब आती है ना कि कोई रास्ता, देखें एक रास्ता है, उसके आगे रुकावट डाल दी जाए तो उसके आगे, लेकिन उन्होंने डाइवर्ट कर दिया वो रास्ते को, ये उसका मतलब बनता है जो आप कह रहे हैं तब्दील करना। ठीक है, मैंने जो कहा है, मैंने कहा फुल स्टॉप, मैंने कहा फुल स्टॉप लग गया उसके ऊपर, फुल स्टॉप लग गया है। पहले वो जारी थी, पहले वो शरीयत का आना जारी था। शरीयत लेकर एक नबी आता था, फिर दूसरा नबी नई शरीयत लेकर आता था, फिर तीसरा। अब वो शरीयत आनी बंद हो गई, फुल स्टॉप लग गई, रुक गई, यानी उसमें तब्दीली आ गई, उसकी हालत तब्दील हो गई ना सुन्नत की। किस किस्म की तब्दीली आई है, ये तो मैं पूछ रहा हूँ आपसे, आप उसका जवाब नहीं दे रहे।
جو سنت جاری تھی وہ رک جائے تو وہ تبدیلی اس کو نہیں کہتے؟ نہیں، اس کو کیا کہتے ہیں؟ اس کو یہ کہتے ہیں یہاں پر یہ اللہ تعالیٰ نے روک ڈال دی ہے، اس کو روک دیا، یہ الفاظ بولے جاتے ہیں، تبدیلی والے لفظ نہیں بولے جاتے۔ اچھا ٹھیک ہے، اگر السلام علیکم۔ آپ کے خیال میں ایک سنت جو جاری ہو وہ رک جائے تو وہ تبدیل نہیں ہوتی، اس میں تبدیلی نہیں آتی، اس کے لیے تبدیلی کا لفظ استعمال نہیں کرنا چاہیے۔ طاہر بھائی آپ بات کرنا چاہتے ہیں تو کر لیں۔ جی السلام علیکم۔ یہ دیکھیں الحمدللہ ہمارے ہادی اور رہنما امام مہدی حضرت مرزا غلام محمد قادیانی علیہ الصلوۃ والسلام، ہماری خوش قسمتی ہے کہ ہمیں اس دور میں امام آخر الزماں امام مہدی علیہ السلام کو جاننے کا، ماننے کا موقع ملا، اور اس موضوع پر، اس مضمون کو جس وضاحت اور فصاحت کے ساتھ حضرت اقدس علیہ الصلوۃ والسلام نے بیان فرمایا ہے وہ کھل کر سامنے آتا ہے۔ آپ کے الفاظ یہ ہیں کہ حقیقی نبوت آدم صفی اللہ سے شروع ہوئی اور محمد عربی صلی اللہ علیہ وآلہ وسلم پر ختم ہوئی۔ اب حقیقی معنوں میں نبوت بکلی بند ہے، اب کوئی جدید یا قدیم نبی حقیقی معنوں کی روح سے نہیں آ سکتا۔ اس کیٹاگوریکلی ختم نبوت کا اظہار فرمایا ہے، اور اس کے بعد یہ وضاحت فرمائی ہے کہ کیوں بند ہوئی ہے۔ آپ یقین کریں تسلی سے ایک ایک پہلو پر جب آپ غور کرتے ہیں تو ہمارے سینے خوشی سے پھول جاتے ہیں اور اللہ تعالیٰ کا شکر ادا کرتے ہیں کہ ایسا ہادی اور رہنما ہمیں ملا ہے۔ آپ نے کسی پہلو کو تشنا نہیں چھوڑا۔ نبوت کیوں بند ہوئی ہے؟ کیونکہ سراج منیر محمد عربی صلی اللہ علیہ وآلہ وسلم کو ربوبیت کا اعلیٰ ترین پیغام پہنچا کر تا قیامت ان کی نبوت جاری ہے، نبوت کا فیضان جاری ہے، نبوت کی نعمتیں جاری ہیں۔ اب کیوں؟ اور اس کی وضاحت میں حضرت مسیح موعود علیہ الصلوۃ والسلام نے فرمایا ہے کہ موسوی امت میں بے تحاشا انبیاء ہوئے، وہ مستقل نبی تھے، وہ آزاد نبی تھے، اللہ تعالیٰ نے ان کو چنا، لیکن امت محمدیہ میں یہ فیضان جو ہے ہزارہا، یہ ان کے الفاظ ہیں، میرے الفاظ نہیں ہیں، ہزارہا اولیاء اللہ پیدا ہوئے، اور یہ سب ان کو یہ مقام و مرتبہ رسول اکرم صلی اللہ علیہ وآلہ وسلم کی کامل اطاعت فرمانبرداری کے نتیجے میں ملا۔ اب سورج جو ہے وہ محمد عربی صلی اللہ علیہ وآلہ وسلم ہیں، اور ان کا جو ہے فیضان تا قیامت جاری رہے گا۔ اب جس پر وہ ان کی برکت، ان کا نور ان سے منور ہو کر وہ چمکتا ہے، سو چمکتا ہے جیسے کہتے ہیں چاند ہوں اور اپنے سورج سے ضیاء لیتا ہوں میں۔ ہمیں تو الحمدللہ 14ویں کا چاند ملا، لیکن امت میں ہزارہا اولیاء پیدا ہوئے اور ہوتے رہیں گے، وہ غیر مستقل ہوں گے۔ اسی لیے حضرت مسیح موعود نے فرمایا کہ ذلی طور پر، بروزی طور پر، غیر حقیقی طور پر، مجازی رنگ میں، عکسی رنگ میں، یعنی فنا فی الرسول، جو کہ صوفیاء کے یہاں پر ایک اصطلاح ہے جس سے استعمال ہوتا ہے۔ اب کوئی جدید یا قدیم نبی نہیں آئے گا۔ اب طرفہ تماشا یہ ہے کہ ہمارے مخالفین، جن میں اہل حدیث، دیوبندی، بریلوی اور شیعہ شامل ہیں، یہ سب عقائد یہ رکھتے ہیں کہ جناب ادریس، جناب الیاس، جناب خضر، جناب عیسیٰ یہ زندہ بھی ہیں، سچے بھی ہیں، نبی بھی ہیں، لیکن نعرہ لگاتے ہیں ختم نبوت کا۔ ان سے اتنی درخواست ہے کہ اگر عقائد پسند ہیں تو خدا را اپنا نعرہ تبدیل کر دیجئے، اجرائے نبوت زندہ باد کے نعرے لگائیے۔ اگر نعرہ اتنا پسند ہے کہ اس کے بغیر گزارا نہیں ہوتا تو اس نعرے کے مطابق اپنے عقائد درست کر لیجئے اور عیسیٰ علیہ السلام کو مرنے دیں، خضر علیہ السلام کو، ادریس علیہ السلام کو، الیاس علیہ السلام کو مرنے دیں، وفات پانے دیں، کیونکہ انا للہ و انا الیہ راجعون۔ جناب شکریہ۔ جی نبوت بند ہوگی، نہ کوئی جدید نبی آ سکتا ہے، نہ کوئی قدیم نبی آ سکتا ہے۔ محسن صاحب یہاں پر تو مسئلہ اور بھی زیادہ بگڑ گیا ہے۔ آپ کہہ رہے تھے کہ نبی آ سکتا ہے لیکن شریعت نہیں آ سکتی، کتاب نہیں آ سکتی۔ جتنی لمبی بات ہم نے سنی ہے طاہر صاحب کی،
وہ بتا رہے ہیں کہ فیضان جاری ہے، نبی علیہ الصلوۃ والسلام کی نبوت کا فیضان جاری ہے، لیکن نبوت بند ہے، نہ کوئی قدیم نبی نہ کوئی جدید نبی۔ بات سنیں، فیضان کس چیز کا؟ نبوت کا فیضان یا کوئی اور چیز کا؟ یہ بتائیں نا، وضاحت کریں اس کی۔ یہ تو آپ کو ان سے ہی سوال کرنا چاہیے نا۔ وہ تو انہوں نے جو بات کی ہے، انہوں نے نبی نہ کوئی نیا نہ کوئی پرانا، قدیم اور جدید کا مطلب ہوتا ہے نہ کوئی نیا نبی نہ کوئی پرانا نبی نہیں آ سکتا، فیضان جاری۔ فیضان ان سے پوچھ لیں کون سا جاری بھائی فیضان نبوت ہے کہ اب باقی تمام انبیاء کے جو روحانی فیوز تھے اب آ چکے ہیں، اسوہ حسنہ آ چکے ہیں، رحمت للعالمین آ چکے ہیں۔ اب ان کا فیضان، روحانی فیض، یہ تا قیامت جاری ہے۔ اب نبوت جاری ہے، بالکل جاری ہے، فیضان نبوت جاری ہے، لیکن یہ نبوت کسی اور کی نہیں ہے، محمد عربی صلی اللہ علیہ وآلہ وسلم کی نبوت ہے جو جاری رہے گی۔ حضرت مسیح موعود علیہ الصلوۃ والسلام کے الفاظ یہ ہیں کہ امت میں ہزارہا اولیاء پیدا ہوئے ہیں، اور ظاہر ہے یہ سلسلہ چلتا رہے گا۔ اور پھر آپ نے کیٹاگوریکلی یہ فرمایا ہے کہ اس کا مطلب یہ ہے کہ فنا فی الرسول، جس میں میرا نفس شامل نہیں ہے، اتنی وضاحت کے ساتھ فرما دیا ہے۔ اب ہمارے مخالفین جو ختم نبوت کا ٹھیکہ بھی لینا چاہتے ہیں، اس کا پرچم بھی تھامے ہوئے ہیں، ان سے اگر پوچھا جائے محترم بتائے آج حضرت عیسیٰ علیہ السلام زندہ ہیں تو کہیں گے کہ زندہ ہیں۔ سچے ہیں؟ جی ہاں بالکل سچے ہیں۔ نبی ہیں؟ ہاں نبی ہیں۔ اب بندہ زندہ بھی ہو، سچا بھی ہو، نبی بھی ہو، عقیدہ یہ ہو، اب چاہے وہ پاکستان میں ہو، انڈیا میں، اٹلی میں، کینیڈا، امریکہ، زمین، سورج، چاند، عطارد، کہیں بھی ہو کائنات میں، اس وقت بھی زندہ نبی موجود ہے جو سچا بھی ہے۔ تو دونوں میں سے کس کا عقیدہ ختم نبوت کا ہے اور کس کا اجرائے نبوت کا؟ میں الحمدللہ مسیح موعود علیہ الصلوۃ والسلام اور خلافت سے وابستہ ہونے کا ایک ادنا سا غلام یہ دعویٰ کرتا ہے کہ حقیقی نبوت ختم ہے رسول اکرم صلی اللہ علیہ وآلہ وسلم پر، اب کوئی جدید اور قدیم نبی نہیں آئے گا۔ یہ حضرت مسیح موعود علیہ الصلوۃ والسلام کا پیغام ہے واضح طور پر۔ اب یہ بتائیں دوسرے کا عقیدہ یہ ہے کہ 1 2 3 4، میں بھی اشرف علی رسول اللہ، چشتی رسول اللہ، شبلی رسول اللہ پر نہیں جاتا۔ ہم دونوں میں سے کون ختم نبوت پر ایمان رکھتا ہے اور کون اجرائے نبوت پر؟ میں یہ کہتا ہوں کہ الحمدللہ کلمہ گو احمدی مسلمان، حقیقی مسلمان جو ہے وہ ختم نبوت کے مفہوم کو سمجھتا بھی ہے، جانتا بھی ہے، مانتا بھی ہے، لیکن ہمارے مخالف صرف اور صرف ختم نبوت کا نعرہ لگا کر لوگوں کو مشتعل کرتے ہیں، لوگوں کو انگیخت کرتے ہیں، فساد فی الارض کا باعث بنتے ہیں، اور عقائد ان کے اجرائے نبوت کے ہیں۔ ایک ایک کر کے سامنے آئیں، ہم جائزہ لے لیتے ہیں ان کا۔ یہ انہوں نے بزنس بنا رکھا ہے، کاروبار بنا رکھا ہے ختم نبوت کا۔ حقیقی معنوں میں ان کے عقائد جو ہیں ان کا ساتھ نہیں دیتے۔ حسن صاحب کچھ سمجھ آ گئی ہے کون سا فیضان جاری ہے کہ ابھی اور وہ مزید آپ کو سمجھائیں تفصیل سے؟ مجھے بھائی جان سب سے زیادہ سمجھ آ گئی ہے، لیکن آپ کو ابھی تک نہیں آئی، تو اس کا مطلب یہی ہوا کہ ہمارے اور آپ کے درمیان میں پھر یہی بات طے ہوئی ہے کہ آپ جو ہے ایک نبی کا انتظار کر رہے ہیں، لیکن وہ کون سے نبی ہیں وہ آپ نے بتانا ہے۔ اگر آپ کو سمجھ آ گئی ہے تو پھر ہم بات وہیں سے شروع کر سکتے ہیں نا جہاں ہم نے چھوڑی تھی۔ اور اب آپ کا یہ خیال ہو گیا ہوگا کہ نبوت بند ہے، حقیقی طور پر نبوت بند ہو چکی ہے، اور یہ بھی سنت نبوت والی بھی جو حقیقی نبوت والی سنت ہے وہ بھی بند ہوگی۔ پہلے تو کتاب اور شریعت والا آپ نے کہا، اب یہ بھی اللہ تعالیٰ کی سنت ہے، یہ بھی اس کے آگے بھی فل سٹاپ لگے، نبی نہیں آ سکتا، نہ نیا نہ پرانا۔ یہ ٹھیک ہے، اس سے ایگری ہیں؟ نہیں، یہ آپ مجھے اس کی قرآن کریم میں سے یا کسی اور جگہ پہ اس کا فل سٹاپ بتا دیں کہاں لگا ہوا ہے۔ میں نے تو یہ پڑھا ہوا ہے قرآن کریم کے اندر کہ نبوت کا سلسلہ جو ہے وہ جاری رہے گا جب تک اللہ چاہے گا۔ یہ آپ نفی مجھے کر کے بتا دیں۔ محسن صاحب سوال آپ نے جتنے کرنے ہیں وہ ان سے کرنے ہیں جن کی اتنی لمبی آپ نے گفتگو سماعت فرمائی ہے۔
انہوں نے اپنی گفتگو کے اندر بات سنیں، انہوں نے اپنی گفتگو کے اندر یہ بیان نہیں کیا کہ وہ نبوت جو ہے جس کا اللہ تعالیٰ نے وعدہ کیا ہوا ہے وہ بند ہو گئی ہے، یا اس کا جو نبوت کا جو کیا کہتے ہیں نبوت کا سلسلہ جو ہے نا وہ بند ہو گیا ہے۔ یہ وہاں پر نبوت ایک کا دفعہ بھی سلسلہ انہوں نے بند ہو گیا ہے تو اب نبی نہیں نہ آ سکتا، نبوت کا سلسلہ بند ہے تو نبی نہیں نہ آ سکتا۔ یہ آپ کہہ رہے ہیں نا، میں تو کہہ رہا ہوں نبوت کا سلسلہ بھی جاری ہے، اللہ تعالیٰ جب تک چاہے گا نبی بھیجے گا، یہ قرآن کریم کی آیت کے اندر لکھا ہوا ہے، لیکن آپ پھر یہ دلیل ان دے کی بات رہے ہیں۔ دوبارہ سن لیں، پھر ان سے دوبارہ پوچھ لیں کہ نبی آ سکتا ہے، نبوت جاری ہے یا نبوت بند ہے، پوچھ لیں۔ میں نے 2 دفعہ ان کی بات غور سے سنی ہے، اس کے اندر یہی انہوں نے کہا ہے کہ نبوت کا سلسلہ جو ہے جو حضور صلی اللہ علیہ وسلم کے پاس تھا، جس کے اندر وہ انہوں نے یہ بھی کہا تھا کہ شریعت لے کے آنے والا سلسلہ وہ رکا ہوا ہے، لیکن باقی نبوت کا جو ٹائٹل ہے یا نبوت کی جو ذمہ داری ہے ایک نبی کی، وہ بند نہیں ہوئی۔ وہ اللہ تعالیٰ نے خود قرآن کریم میں اس کا ذکر کیا ہوا ہے کہ میں نبی بھیجتا رہوں گا جب میری مرضی، ٹھیک ہے۔ یہ اللہ تعالیٰ کی واضح فرمان ہے قرآن کریم کے اندر۔ اس کا کیا مطلب ہوا؟ آپ پھر مجھے اس کی نفی بتا دیں، کہاں پر لکھا ہوا ہے قرآن کریم کے اندر یا کسی حدیث میں لکھا ہوا ہے یہ سلسلہ ختم ہو جائے گا یا ختم ہوگا یا ہو گیا ہے؟ محترم بات یہ ہے کہ میں جتنی مرضی تفصیل سے بیان کر دوں، ہمارے جو مد مقابل ہیں، جو مخالفین احمدیت ہیں، وہ ختم نبوت کا تصور کیا رکھتے ہیں وہ بتانے کے لیے تیار نہیں ہوتے۔ عادت پڑ چکی ہے کہ صبح سے لے کر شام تک اور عمر کے تمام ہونے تک احمدیوں کو کٹہرے میں کھڑا کر کے ان سے سوال در سوال کرتے جانا ہے، ان کو کٹہرے میں کھڑا کر اور خود کوئی جواب نہیں دینا۔ ہم ان سے نہایت ادب سے پوچھتے ہیں کہ جناب والا، کیا آپ کا یہ عقیدہ ہے کہ حضرت عیسیٰ علیہ السلام زندہ ہیں؟ تو جواب ملے گا جی ہاں زندہ ہیں۔ سچے ہیں؟ جی ہاں سچے ہیں۔ نبی ہیں؟ جی ہاں نبی ہیں۔ رسول کریم صلی اللہ علیہ وآلہ وسلم کے بعد بھی کہیں گے جی ہاں۔ اور حضرت اقدس محمد مصطفیٰ صلی اللہ علیہ وآلہ وسلم نے جب یہ فرما دیا کہ انا خاتم النبیین لا نبی بعدی، تو ان کے بعد بھی ان کے اس فرمان کو بالکل نظر انداز کر دیا آپ نے۔ ایک دن کے لیے، ایک لمحے کے لیے بھی ان کو نہیں مانا کہ ہاں بھئی رسول اکرم صلی اللہ علیہ وآلہ وسلم واضح طور پر فرما گئے ہیں کہ لا نبی آبادی، تو اس کے بعد عیسیٰ کو مرنے دیں علیہ الصلوۃ والسلام کو۔ یہ کیسی منطق ہے کہ زندہ انبیاء پر بھی یقین رکھنا ہے، آج کے دن پر بھی یقین رکھنا۔ الیاس علیہ السلام بیت المقدس میں روزے رکھتے ہیں، حج ادا کرتے ہیں۔ خضر علیہ السلام اب بھی بھٹکے ہوئوں کو راہ دکھاتے ہیں۔ ادریس علیہ السلام آسمان پر ہیں۔ اب ان کے عقائد یہ ہیں کہ چار انبیاء، حضرت خضر کے بارے میں بعض کہتے ہیں کہ وہ ولی ہیں، وہ بھی ایک عجیب صورتحال پیدا کرتا ہے۔ عقائد ان کے اجرائے نبوت کے ہیں، نعرے یہ ختم نبوت کا لگاتے ہیں۔ کیوں بھائی؟ کیونکہ انہیں عادت پڑ چکی ہے ایکسپلائٹ کرنے کی، صورتحال کو انگیخت کرنے کی۔ جبکہ میں حضرت اقدس مسیح موعود علیہ الصلوۃ والسلام کے الفاظ میں ختم نبوت کا حقیقی تعارف کرواتے ہوئے کہ اس سے مراد کیا ہے، ایک ایک پہلو پر آپ نظر دوڑائیں، لیکن تقابلی جائزہ لینا۔ مد مقابل بھی کوئی مرد میدان ہو سامنے آئے، لیکن بدقسمتی سے کلمہ گو احمدی مسلمان جب درخواست کرتے ہیں، للکارتے ہیں، پکارتے ہیں، التجا کرتے ہیں کہ ایک ایک کر کے سامنے آئیے، ہم تقابلی جائزہ لیں، تو میدان ہمیں خالی ملتا ہے کہ آزمائش کے لیے کوئی نہ آیا ہر چند، ہر مخالف کو مقابل پہ بلایا ہم نے۔ ایک موب مینٹیلٹی کی عادت پڑ چکی ہے، ہجومی ذہنیت کی عادت پڑ چکی ہے، جلاؤ، گھراؤ، اکٹھے ہو کر آؤ، حملہ کر دو۔ بدقسمتی سے میں تو اس کو اعتراف شکست سمجھتا ہوں۔ ہاں، اگر ایک ایک کر کے آئیں تو ہم ان سے فیضیاب ہو سکتے ہیں۔ جی محسن صاحب، آپ کو سمجھ آئی ہے کہ
फैजान नबूवत जारी है कि नबूवत जारी है, कोई पता लगा है या? और मेरा तो टाइम ही खत्म हो गया है इस सारी बात सुनते सुनते। तो ये कसूर सारा हमारा है, शायद वो कह रहे हैं या कह रहे हैं कि पता नहीं आपका कसूर है कि आप कटहरे में खड़े हो गए हैं। बात हम ये कर रहे थे कि नबूवत अल्लाह ताला की सुन्नत है, नबी भेजना, और आप कह रहे थे कि ये सुन्नत अल्लाह ताला तब्दील नहीं करता। यानी मैंने जो सुन्नत की बात की है, मैंने आपसे ये भी सवाल किया था कि सुन्नत की डेफिनेशन मुझे बता दें कि आपके नजदीक सुन्नत किसको कहते हैं? भाई सुन्नत का एक लुग़वी माना है, एक इस्तिलाही माना है। मुझसे जितने मर्जी सवाल सुन्नत पर कर लें, पर ये क्लियर कर दें कि जो टोनी साहब ने बात की है वो आपको समझ आ गई है कि नबूवत बंद है, ना अब कोई नया नबी आ सकता है ना कोई पुराना नबी आ सकता है। ये बात ठीक है? टोनी साहब कौन है ये मुझे बता दें आप। ये तो ताहिर अमजद टोनी साहब, इनका नाम तो वो कोई बुरा नाम नहीं है, वो पसंद करते हैं और उनसे इजाजत से मैं लफ्ज इस्तेमाल कर रहा हूँ। मैं अच्छा, उनको ठीक है। टोनी ही कह के मुखातब करता हूँ, ऐसी बात नहीं है। चलें, वो मुझे नहीं जानने इसके वाले। बारे में लूंगा, लेकिन बात सुने, ये है कि आपने डेफिनेशन जो है ना सुन्नत की वो उस हिसाब से नहीं बताई जिस हिसाब से मैंने पूछा है। और जो आपने टॉपिक छेड़ा हुआ है इस मौजूद के ऊपर, आपसे कई दफ़ा हमारे भाइयों ने बात की हुई है, आप लेकिन कोई दलील नहीं दे रहे। मैंने कई दफ़ा आपसे ये दरख्वास्त की है कि आप मुझे इसकी गालिब दलील दे दें कुरान करीम से। मुझे तो कुरान करीम के अंदर ये हिदायत मिलती है कि अल्लाह ताला कहता है कि मैं नबियों को भेजता रहूँगा जब तक मेरा दिल किया। या अब यही बात है ना, आप कहते हैं कि आपको कुरान करीम से ये समझ आई है कि अल्लाह ताला कहता है कि मैं नबियों को भेजता रहूंगा। वो कह रहे हैं कि नबी ना नया आ सकता है ना पुराना आ सकता है। नबी पाक ने ला नबी आबाद ही कहकर नबूवत को बंद कर दिया है। कौन सी नबूवत? अब ये आप ये डेफिनेशन बता रहे हैं, नबूवत आप कितनी समझते हैं? आपके नजदीक कितनी नबूवतें हैं, एक है या दो हैं? भाई नबूवत नबूवत ही होती है, पता नहीं आप कौन सी कह रहे हैं। नबी किसी मुझे तो किस्म का ऐसा भी लग वो रहा कह है रहे हैं ना जिसमें नया। बात सुने, मैं आपको इसलिए ये सवाल किया था, मैं आपको वजह भी बताऊं ना कि मैंने इसलिए ये सवाल किया क्योंकि आपकी बातों के अंदर से यही नजर आ रहा है कि आप एक नबी जो है उसका इंतजार कर रहे हैं, लेकिन नबूवत जो है जो कुरान सल्लल्लाहु अलैहि वसल्लम ने बताया वो खातमुन नबिय्यीन की आयत लेकर आप ये समझ रहे हैं कि वहां पर वो खत्म हो गई, नबूवत का सिलसिला वो खत्म हुआ है, लेकिन फिर भी एक नबी का आप इंतजार कर रहे हैं। ये कहाँ से आप ले रहे हैं इस बात? ये मैं हाँ, समझ ये अगर मुझसे समझना चाह रहे हैं तो पहले वाली बात खत्म कर देते हैं ना, जो सुन्नत आप कह रहे थे कि अल्लाह ताला की सुन्नत है। चले मुझे अंबिया आप को भेजना। ये समझा दें कि कुरान करीम में या अहादीस में से कहीं से भी कोई ऐसी तरीक़ेकार बता दें जिसके अंदर ये अल्लाह ताला ने खत्म कर दिया हुआ है सिलसिला के नबियों को चुनने वाला और ये सारा कुछ। ये आज हमें ये तो बारे में बताएं। मोहसिन साहब, ये तो आप घर से ही गवाही ले सकते हैं ना। ये ताहिर साहब जो टोनी साहब कह रहे हैं ये यही बात कर रहे हैं जो मैं कह रहा हूँ कि नबूवत का सिलसिला बंद है। ये उनसे पूछ लें कि ये कुरान करीम में कहाँ लिखा हुआ है, ये उनसे पूछे ना। मैं थोड़ा बिजी होने लगा हूँ, 5-10 मिनट में आता हूँ तो तब तक आप क्लियर कर लेंगे आप आपस में। नहीं मैंने टाइम इन्होंने काफी साहब आ गए हैं, वो टोनी साहब मेरे बड़े तल्लक वाले और प्यार वाले पुराने बंदे हैं, लेकिन मैं थोड़ा ना बिजी हूँ इस वक्त। मेरे पास शाम का वक्त है, मैं भी बिजी हूँ, मैं भी इस काम पे हूँ। क्या हाल चाल है? ठीक ठाक है? अल्लाह का करम। मलक साहब अपना क्या नाम है मियां साहब, आप सुनाएं। अलहमदुल्ला। ते मैं अर्ज करनी सी, मैं सुनिया ਤੁਹਾਡਾ ਸਾਰਾ ਕਨਵਰਸੇਸ਼ਨ ਸ਼ਖਸੀਅਤ ਨੇ ਤੇ ਉਹਨਾਂ ਨੇ ਜਦੋਂ ਇੱਕ ਗੱਲ ਕਰ ਦਿੱਤੀ ਹੈ ਤੇ ਕਮ ਸੇ ਕਮ ਤੁਹਾਡੇ ਵਾਸਤੇ ਤੇ ਹੁਜਤ ਹੋ ਗਈ। ਤੁਸੀਂ ਤੇ ਆਪਣੀ ਹੁਣ ਜਾਨ ਛਡਾਓ, ਬਾਕੀ ਜ਼ਿੰਦਗੀ ਜਿਹੜੀ ਹੈ ਤੁਸੀਂ ਪਰੇਸ਼ਾਨ ਹੋਣਾ ਛੱਡ ਦਿਓ ਨਾ। ਤੁਸੀਂ ਕੰਧ ਤੇ ਬਹਿ ਕੇ ਮੀਆਂ ਜੀ ਸੁਣਦੇ ਸੋ ਪਏ, ਤੁਹਾਨੂੰ 1000 ਵਾਰੀ ਆਖਿਆ ਚਾਰ ਦੀਵਾਰੀ ਦੇ ਉੱਤੇ ਖਲੋ ਕੇ ਨਹੀਂ ਸੁਣੀਦਾ, ਅੰਦਰ ਆ ਕੇ ਬੂਆ ਖੜਕਾ ਕੇ। ਮੈਂ ਅੱਗੇ ਹਾਜ਼ਰੀ ਲਾ ਕੇ ਗਿਆ ਇੱਥੇ 2-4 ਮਿੰਟ ਦੀ ਪਹਿਲੇ ਵੀ ਹਾਜ਼ਰੀ ਲਾ ਗਿਆ, ਤੁਸੀਂ ਉਦੋਂ ਨਹੀਂ ਸੀਗੇ। ਮੈਂ ਮਾਰਕੀਟ ਗਿਆ ਤੇ ਮੈਂ ਹੁਣ ਆਇਆ ਤੇ ਮੈਂ ਸੁਣਿਆ ਸਾਰਾ ਬਿਆਨ। ਮਾਸ਼ਾਅੱਲਾ ਤਾਹਿਰ ਅਮਜਦ ਸਾਹਿਬ ਨੇ ਬੜਾ ਪਿਆਰਾ ਮਜ਼ਮੂਨ ਦਿੱਤਾ ਹਜ਼ਰਤ ਮਸੀਹ ਮੌਦ ਦੀਆਂ ਕਿਤਾਬਾਂ ਤੋਂ।
ਤੇ ਜੀ ਤੁਹਾਡਾ ਤਾਂ ਮਸਲਾ ਖਤਮ ਹੋ ਗਿਆ ਨਾ ਕਿ ਨਬੂਵਤ ਕੋਈ ਨਹੀਂ, ਵੀ ਨਾ ਕੋਈ ਨਬੀ ਨੇ ਨਾ ਕੋਈ ਕੁਛ ਨਹੀਂ। ਤੁਸੀਂ ਹਾਂਜੀ ਤੇ ਬੰਦ ਹੋ ਰਾਜੀ ਗਿਆ ਦੇ ਉਹ ਤਾਂ ਅੱਜ ਤਾਹਿਰ ਸਾਹਿਬ ਨੇ ਕਿਹਾ। ਹਾਂਜੀ ਮੈਂ ਅਰੇ ਸੁਣ ਲਓ ਨਾ, ਮੈਂ ਜ਼ਾਦ ਹੋਣ ਲੱਗਾ। ਤੁਸੀਂ ਤੇ ਅੱਜ ਜਸ਼ਨ ਮਨਾਓ। ਇਹ ਲੋ ਜੀ ਮੈਂ ਨਿਕਲਣਾ ਤੇ ਨਹੀਂ ਮੈਂ ਜਸ਼ਨ ਜਾ ਕੇ ਮਕਸਦ ਹੈ ਕਿ ਮਨਾਉਣਾ, ਘਰੋਂ ਤੁਸੀਂ ਅਰੇ ਆਪਸ ਸੁਣ ਲਓ, ਗੱਲਬਾਤ ਹਾਲੀ ਅਰੇ ਸੁਣ ਲਓ, ਕਰੂਗਾਈ ਮਿਲ ਗਈ ਤੁਹਾਨੂੰ ਤੇ। ਜੀ ਹਾਂ ਲੇਕਿਨ ਹੁਣ ਮੈਂ ਤਾਹਿਰ ਭਾਈ ਕਿਉਂਕਿ ਇੱਕ ਇਲਮੀ ਘਰਾਣੇ ਨਾਲ ਤਲਕ ਰੱਖਦੇ ਨੇ, ਇਹਨਾਂ ਦੇ ਵਾਲਿਦ ਸਾਹਿਬ ਜਾਂ ਭਾਈ ਵਗੈਰਾ ਸਾਰੇ ਮੁਰੱਬੀਆਨ ਵੀ ਰਹੇ ਨੇ। ਹੁਣ ਮੇਰੀ ਇਹਨਾਂ ਨੂੰ ਇਹ ਗੁਜ਼ਾਰਿਸ਼ ਹੈ ਕਿ ਇਹ ਬਜਾਏ ਇੱਥੇ ਟਿਕਟੌਕ ਤੇ ਇਹ ਚੀਜ਼ ਬਿਆਨ ਦੇਣ ਦੇ ਨਾ, ਹਜ਼ਰਤ ਖਲੀਫਾਤੁਲ ਮਸੀਹ ਉਲ ਖਾਮਸ ਅਯਦੁल्लाह ਤਾਲਾ ਬਿਨ ਨਸਰ ਅਲ ਅਜ਼ੀਜ਼ ਦੀ ਖਿਦਮਤ ਵਿੱਚ ਖਤ ਲਿਖਣ ਕਿ ਇਹ ਜਨਾਬ ਕੋਈ ਮਿਸਟੇਕ ਹੋ ਰਹੀ ਹੈ ਤੇ ਹਜ਼ਰਤ ਮਸੀਹ ਮੌਤ ਦਾ ਕੋਈ ਐਸਾ ਦਾਵਾ ਨਹੀਂ। ਜਿਸ ਤਰ੍ਹਾਂ ਕਿ ਵੇਖੋ ਸਾਡੇ ਆਸੇ ਤਰਾਬੀਆਂ ਜਿਹੜੀਆਂ ਨੇ ਉਹ ਨਾ ਫਰਜ਼ ਸੀ ਨਾ ਸੁਨਨਤ ਸੀ, ਲੇਕਿਨ ਹਜ਼ਰਤ ਉਮਰ ਨੇ ਆ ਕੇ ਸੈੱਟ ਕਰ ਦਿੱਤੀਆਂ ਅੱਜ ਤੱਕ ਚੱਲ ਰਿਹਾ, ਜਿਹੜੇ ਫਿਕਾ ਹਨਫੀਆ ਨੂੰ ਮੰਨਣ ਵਾਲੇ ਨੇ। ਤੇ ਅਗਰ ਖਲੀਫਾ ਸਾਨੀ ਇਹ ਜਾਂ ਕੋਈ ਮਾਮਲਾ ਦੱਸ ਗਏ ਨੇ ਤੇ ਉਹਦੀ ਦਰੁਸਤਗੀ ਖਲੀਫਾ ਵਕਤ ਮੌਜੂਦਾ ਹੀ ਕਰ ਸਕਦਾ ਹੈ। ਮੈਂ ਜਾਂ ਤੁਸੀਂ ਜਾਂ ਤਾਹਿਰ ਅਠਵਾਲ ਸਾਹਿਬ ਜਾਂ ਅਲੀ ਅਕਬਰ ਸਾਹਿਬ ਜਾਂ ਮੋਹਸਨ ਸਾਹਿਬ ਜਾਂ ਬੰਬਾਸਟਿਕ ਸਾਹਿਬ ਅਸੀਂ ਨਹੀਂ ਕਰ ਸਕਦੇ। ਸਾਨੂੰ ਤੇ ਜਿਨ੍ਹਾਂ ਦੇ ਖਲੀਫਾ ਸਾਨੀ ਦੀ ਸੁਨਨਤ ਚੱਲ ਰਹੀ ਅਸੀਂ ਉਹਦੇ ਤੇ ਹੀ ਹਾਂ। ਲੇਕਿਨ ਅਗਰ ਹਜ਼ਰਤ ਮਸੀਹ ਮੌਤ ਹੈ ਤੇ ਇਹ ਜਮਾਤ ਹੀ ਇਹਨੂੰ ਦਰੁਸਤ ਕਰ ਸਕਦੀ ਹੈ ਔਰ ਖਲੀਫਾ ਵਕਤ ਦਰੁਸਤ ਕਰ ਸਕਦਾ ਹੈ ਤਾਹਿਰ ਅਮਜਦ ਭਾਈ ਦੇ ਬਿਆਨ ਦੇ ਮੁਤਾਬਕ। जज़ाकल्लाह मियां साहब, अस्सलाम वालेकुम। पहले तो मैनू हो गई सी काफ़ी जस्तजू जी, कि मैं- तुसी ब्राड क्यों नहीं ला रहे ते मैं हाजिर। वैसे आपस की बात है कि किसी गैर अहमदी को एंगेज करने से पहले हम आपस में तो फैसला कर लें, एक पेज पे तो हो जाए, ये बड़ा जरूरी बात है। क्योंकि हम आमन नजीर से डिस्कस करते करते आपस में ही हमारी कंट्रोवर्सी हो जाती है कि हज़रत मसीह मौत जो है उनका दावा क्या है। पहले ये तो हम फिगर आउट कर लें। जी जी बासिर साहब बिल्कुल ठीक कहा आपने, मैंने कोई गलत बयान तो नहीं दिया। एग्री करता हूँ 100% आपके साथ। तो आप कंफ्यूज हैं, हम तो खुद कंफ्यूज हैं, तो हमने किसी और से क्या बात करनी है। बिल्कुल, और इसकी दुरुस्तगी सिर्फ निज़ाम जमात खलीफा वक़्त कर सकते हैं या करा सकते हैं। जो ताहिर अमजद भाई कहते हैं या आम हम जैसे अहमदी समझते हैं, तो हमारे दोनों के दरमियान जो कंफ्यूजन है वो निज़ाम जमात और खलीफा वक़्त करा सकते हैं। क्योंकि इस वक्त चूँकि ये खलीफातुल मसीह सानी ने सारा कुछ इस पे काम किया है, तो दुरुस्तगी भी जो उसका कायम मुकाम खलीफा वक़्त होता है वही कर सकता है। हाँ, तो उस वक्त तक हमें खत्म नबूवत पे गैर अहमदियों से बात नहीं करनी चाहिए, क्योंकि एक बड़ी मुंह की खानी पड़ती है कि हम कहते हैं जी नबूवत जारी है, एक बंदा आ जाता कहता है नहीं हज़रत मसीह मौद नबी नहीं है जी, नबूवत जारी नहीं है, नबूवत खत्म हो चुकी है। तो वो हमारी तो अपनी दो पार्टियां, तो वो जो बंदा विचकार होंदा लुड़ियां पांदा होंदा, जी जी वो कहते आपस में निपट लो पहले। लॉट मियां साहब अगर ऑफ बात करने की इजाज़त हो ना, मैं 2 मिनट बात करना चाहता हूँ। देखिए हमने भाई आपने वो सारा बयान पिछले मकसद है माजरे के साथ, पिछले तकरीबन 1 साल से जैसे हमारे कुछ भाइयों की एक कैसेट होती है 15 मिनट 20 मिनट 5 मिनट, तो ये तकरीबन 1.5 साल से मैं सुन रहा हूँ। तो मुझे भी यकीन होने लग पड़ा है कुछ तो, लेकिन अब चूंकि नहीं, फिर मियां साहब एहतियात करनी चाहिए ना, फिर उस टॉपिक को नहीं छेड़ना चाहिए ना। ये अच्छा, फिर मुनासिब नहीं मियां होता साहब, कि मैं मेरे ना- बारे में आप कमेंट्स दे दें और मेरा कमेंट्स ना लें। मियां साहब मैं ये खलीफा राबे का ही कुछ सुना देता हूँ। नहीं वो ठीक है जट भाई, मैं सारी बात समझता हूँ, लेकिन चूंकि ये चीज़ जो है ये एक जमात लाहौर और हज़रत खलीफातुल मसीह सानी के दरमियान एक इल्मी डिस्कशन थी, और उसमें तो मैं और बात सुने यार, खलीफातुल मसीह राबे, खलीफातुल मसीह सालिस, खलीफातुल मसीह खामिस, इन सब की रिकॉर्डिंग का हमको पता है, लेकिन ये अभी कहा जाता है कि नहायत ही अदब के साथ खुलफा के साथ आप वो कर सकते हैं इख्तिलाफ, तो इसलिए हमारे कुछ भाइयों को इख्तिलाफ है, ये भी आप याद रखें। हमें पता है, हमने सुना हुआ सारा कुछ। बम्बास्टिक भाई मसला पता क्या, अब यहाँ देखिए गुफ्तगू चल रही थी ताहिर भाई के प्लेटफार्म पे। अब मोहसन साहब इजराए नबूवत के दलाइल दे रहे हैं, वो इजराए नबूवत से इख्तलाफ कर रहे हैं अमर रजीज साहब। अब ताहिर अमजद भाई ने जो बात की, अगर उन्होंने हज़रत मसीह मौत को कोट किया तो लाजमन ला माला से ही कोट किया, तो अब बात तो हमारी तरफ से डिस्प्यूट हो गया, हमारे
एक भाई कह रहे हैं जारी है, एक भाई कह रहा हाँ, है नहीं जा रही। नहीं जारी। तो इसका फैसला ना मोहसिन भाई कर सकते हैं ना ताहिर अमजद भाई कर सकते हैं। इसका फैसला निज़ाम जमात कर सकता है, खलीफा वक्त कर सकता है प्रेजेंट। तो हमें आपस में गुत्थम गुत्था होने की मेरा ख्याल है जरूरत नहीं, क्योंकि ये एक डिस्कशन है। अस्सलाम मोहसिन साहब, ये जो आपने अभी सवाल किया था ना उनसे कि तावीलात जो हैं असल में उनकी तरफ पाई जाती हैं। मैंने जितना भी इनको सुना है, आमर नज़ीर साहब को, इनके दूसरे मौलवियों को, तवीलात वो करते हैं। मसलन क्या एक तवील क्या करते हैं कि जी हजरत ईसा अलैहिस्सलाम जब आएंगे वो नबीउल्लाह पहले थे अब नहीं होंगे। अब ये किसने बताया है? ये किसी ने नहीं बताया। ना कुरान करीम इस पे कोई जोर देता है, ना ही अहादीस में ये मिलता है। लेकिन शहजाद और शहजाद नहीं, ठहरे, आप उनकी तवील को छोड़ें, वो तो हम बाद में बात करेंगे। पहले आप मुझे बताएं कि जिस शख्स को हम मानते हैं हजरत मिर्जा गुलाम अहमद कादियानी अलैहिस्सलातु वस्सलाम, उनको क्या मानते हैं? नबी मानते हैं, रसूल मानते हैं, वली मानते हैं, भरा मानते हैं, खलीफा मानते हैं, मुजद्दिद मानते हैं? वो तो पहले फैसला कर ली। वही मोहसिन साहब से मैं कहने लगा था कि मेरी एक दिन बात हुई थी, एक और ब्रॉड पे एक और दोस्त बैठे हुए थे, वो अहमदी हैं, हम जानते हैं उनकी आईडी को, बता भी सकते हैं आपको आईडी। उन्होंने जब ये सवाल, एक वली साहब हैं इनके गैर जमात, वो सवाल यही कर रहे थे कि आप हजरत मिर्जा साहब अलैहिस्सलाम को क्या मानते हैं? हमने कहा कि उम्मती नबी मानते हैं। वो कहते कि ये जी उम्मती नबी नहीं है, ये जिल्ली बरूजी और इस तरह से नबी हैं। मैंने कहा ये कोई ऐसा जो है, ये बात वाज़ेह नहीं होती जिल्ली बरूजी से। बात वाज़ेह होती है कि क्या जमात अहमदिया इस बात को मानती है कि नहीं कि आप उम्मती नबी हैं कि नहीं? तो हम तो मानते हैं जमात अहमदिया कि आप उम्मती नबी हैं। तो वो कहने लगे लेकिन जमात अहमदिया के ही अफराद कहते हैं, बात तो सुन लो भाई, जमात अहमदिया के अफराद उधर खड़े होकर कहते हैं कि कहीं भी हजरत मसीह मौद ने उम्मती नबी का लफ्ज नहीं बोला, बल्कि ये कहा कि एक लिहाज से उम्मती और एक लिहाज से नबी। इसे मुरक्कब लफ्ज जो है उम्मती नबी नहीं मिलता। वहां पर ही एक और साहब ने यही बात की थी कि जी अब अंबिया की जमात खड़ी हो, उसमें हजरत मसीह अलैहिस्सलाम भी हों, और वहां पर देखें, वहां पर अंबिया की जमात हो, बल्कि कोई चाय वाला अगर चाय दे तो वो अंबिया की जमात में से नहीं हो जाता। ये उन्होंने एक बुरी मिसाल दी थी। तो हमने पूछा कि ये चाय वाला किसको कह रहे हैं? तो वो आप समझ हैं कि उन्होंने चाय वाला किसको कहा था। तो ये इस तरह की मिसालें जो है ये दे के लोगों को बहकाने की कोशिश करते हैं। हालांकि हजरत मसीह अलैहिस्सलाम ने साफ फरमाया है कि मैं इस उम्मत में नबी होकर आया हूं और मैं उम्मती हूं और नबी हूं। ये बड़ी वाज़ेह बात है, किसी को ढकाने छुपाने की जरूरत ही नहीं है। जमात अहमदिया ऐलान करती है, सबको पता है, गैर जमात को नहीं ना करते। नहीं वो मासिक भाई सिर्फ 2 मिनट की है ये, और वो इस पे शरायत क्या रख रहे हैं वो भी साथ बता रहे हैं। सिर्फ 2 मिनट की ये सुन ले पर। लेकिन एक बात आपको मैं ये बताना चाहता हूं कि इनको आज मैं एक चैलेंज करता हूं। जो बातें ये अहमदी की तरफ मंसूब कर रहे हैं, सवाए उनके जो मैं तस्लीम कर चुका हूं आपके सामने, हम बड़े फख्र से कहते हैं कि हज़रत मसीह मौद अलैहिस्सलाम रसूलुल्लाह की पेशगोइयों के मुताबिक उम्मती नबी थे, और रसूल सल्लल्लाहु की पेशगोइयां लाजिमन सच्ची हैं। कोई मसीह सच्चा आ नहीं सकता जब तक नबी और रसूल होने का दावा न करे। तो वो इकरार है। लेकिन बाकी सब जो इनकी बकवास और झूठ है और ताली है, उनके मुतालिक आज मैं ऐलान करना चाहता हूँ कि जब मुबाले के चैलेंज दें तो उस वक्त तो ये 1000 बहाने बनाकर भागते हैं। अब मैं आसान तरीका कहता हूँ, मुबाला नाम न रखो। ये बातें जो मैं पढ़ के सुनाता हूँ, मैं कहता हूँ ये सब झूठी हैं और लानतुल्लाह अलल काज़िबीन। और सारी आलमगीर जमात मेरे साथ ये कहे और ये कहें कि नहीं हम सच्चे हैं, और अगर हम सच्चे ना हो तो अल्लाह हम पर लानत डाले। फिर देखेंगे खुदा की तदबीर क्या जाहिर करती है। जरूरत है तो आए मैदान में। ये कहते हैं जमात अहमदिया अंग्रेज का खुद काश्ता पौधा है। मैं कहता हूं ये झूठ है। लानतुल्लाह अलल काज़िबीन। तमाम दुनिया के कोने कोने से हर अहमदी आवाज बुलंद करे, ये झूठ है। लानतुल्लाह अलल काज़िबीन। ये
कहते हैं इन्होंने इस्लामी जहाद मंसूख कर दिया। मैं ये कहता हूं कि ये झूठ है, लानतुल्लाह अलल काज़िबीन। ये कहते हैं हजरत मसीह मौऊद अलैहिस्सलाम ने ड्रग्स की तालीम दी। मैं कहता हूं झूठ है, लानतुल्लाह अलल काज़िबीन। ये कहते हैं आपने 50 किताबें इस्लाम के खिलाफ लिखी। मैं कहता हूं ये झूठ है, लानतुल्लाह अलल काज़िबीन। ये कहते हैं इनकी वफात नापाक हालत में हुई है। मैं कहता हूं ये झूठ है, लानतुल्लाह अलल काज़िबीन। ये कहते हैं आपने नबी रसूल ईसा होने का दावा किया। मैं कहता हूं ये सच है, अल्लाह सच्चों पर रहमत फरमाए। आगे समझ सॉरी, मैं एक बात करना चाहता हूँ। अब साहब आधा मिनट दें, मैं काफी देर से खामोश बैठा हूँ। यहाँ पर बहस हो रही है कि जी इमाम साहब ने क्या फरमा दिया, मसीह अलैहिस्सलाम ने क्या कह दिया, रसूल पाक सल्लल्लाहु अलैहि वसल्लम ने क्या कह दिया। कुरान पाक में जब कहीं पे नहीं लिखा हुआ कि नबूवत खत्म नहीं हुई तो हम इस क्यों बहस में पड़े हुए हैं? जाले कबर साहब वो बात करने देता है रमजा साहब को। देखिए इधर ही बैठे हुए हैं, मैं अर्ज कर रहा हूँ क्यों फजूल बहस कर रहे हैं? अच्छा, आप जा रहे हैं अब? ठीक कह रहे हैं आप। मैं ये मुझे हैरत, मियाँ साहब ने राय दे दी, दूसरों ने दे दी, तो मुझे कोई हक ही नहीं पहुंचता कि मैं अपनी राय का इजहार कर सकूं। मैंने जो कहा है, मैं हजरत अक़दस मसीह मौऊद अलैहिस्सलाम को अपने तमाम दावों में सच्चा पाता हूँ, और मैं नहीं समझता कि जमात अहमदिया का इससे अलग कोई मजमून है जो मैं बयान करता हूँ। और जब मैं अल्फाज भी हजरत मसीह मौऊद के करता हूँ तो फिर किस पर इतराज कर रहे हैं? आप मुझ पर नहीं इतराज कर रहे, आप हजरत मसीह मौऊद अलैहिस्सलाम पर इतराज कर रहे हैं। हाँ, अगर मैं कोई अपनी राय दूं तो आप कह सकते हैं कि ये आपकी राय है। अजीब बात यह है कि जब एक रमजा साहब एक मिनट सिर्फ काइंडली, सॉरी, ये बता दें कि जो अभी खलीफातुल मसीह राबे ने फरमाया कि हजरत मसीह मौत का दावा नबूवत का और रसालत का है, ये सच है, क्या आपको इसके ऊपर कोई इतराज है? ये बता दें। इतराज होगा तो मैं कर दूंगा। है यहाँ कह दें कि नहीं है ये, क्यों करूं इतराज जब बस बात खत्म हो, बस ठीक है। बाकी फिर अगे तकरीर साड़ी सुनी है बड़ी दफा कि हम हजरत मसीह मौत को आप। अच्छा मास्टर साहब एक सेकंड है तार अमजद भाई, कोई ऐसी गल मनु दसो कि जिहड़ी तुसी कीती है और मैं उहदे च कोई तखफीफ या तखसीस कीती है या तरमीम कीती है। मैं तुहाडा सारा बयान जिहड़ा तुसी पढ़िया, मैं तुहाडा हजरत मसीह मौत तो ही कोट कीता, तुहाडे नाम तो नहीं कोट कीता। तुसी हजरत मसीह मौत दे या किताबां दा जिक्र करके सारा बयान रीड कीता ना। मैं कोई तुहाडा नाम लगाया कि तार अमजद साहब अपने कोलों कह रहे हैं? मैं सारी गल नखेड़ के कीती है और कोई लफज तुहाडे ते तुहाडी जात ते नहीं लाया कि तुसी अपना जाती बयान दिता। तुसी जो गल कीती मैं वही गल कीती है कि अगर ताहिर अमजद साहब हजरत मसीह मौत तो पेश कर रहे हैं, उन्हां दी तालीमात उन्हां दी कुतुब तो पेश कर रहे हैं, तो ये फिर मामला जिहड़ा इहनूं दुरुस्त जिहड़ा हैगा, क्योंकि तुसी भी कसम चुकदे हो कि तुसी गलत नहीं कहंदे, ते इहनूं दुरुस्त मैं या अली अकबर या जट साहब या मोहसन साहब या काइंड हार्ट या शहजाद साहब तो नहीं सैट कर सकते, या साडी मनशा दे मुताबिक तो नहीं होना। इहदा हतमी फैसला जिहड़ा वो तो निज़ाम जमात ही कर सकती है ना, क्योंकि ये बयान तजाद वाले ने कि एक जमात कुछ कहती कि नबी ने, दूसरे तुसी हजरत मसीह मौत दे इकतबासात कोट करते हो तो कहते उन्होंने नबी अपने आप को क्या ही नहीं। तो ये फिर मकसद मेरे ते ना लाओ, तुसी हजरत मसीह मौत का जिक्र किया, उन्होंने तो सारी गल कोट की है, तो मैं तो तुहाडी सुनी गल जिहड़ी है वही दोहराई है। तो अमन अजीज साहब का मसला हल हो गया, वो हमेशा उन्होंने तो अज तो बाद नबूवत की जिक्र करना ही नहीं चाहिए जमात नाल, जो उन्होंने तुसा तसल्ली कराती हजरत मसीह मौत तो अज तो बाद मैं तो नहीं समझता कि अगर इंसान अकलमंद होवे, साहब इलम होवे, तो दोबारा इस जिक्र में आके छेड़े खत्म नबूवत नूं। ते ऐ नहीं कहना कि मियाँ साहब ने आके मेरे ते कोई गल की। मैं तुहाडा बयान जिहड़ा तुसीं हजरत मसीह मौत तो मनसूब किया, मैं वही आके कहा, और इनू कन्फ्यूजन नूं दूर होना चाहिए, क्योंकि सोशल मीडिया ते मकसद चल रहा काम, अंदरों बाहरों पता करोड़ों के हिसाब नाल दुनिया सानूं सुन रही हुंदी है, अद्धियां दा साडा बयान होर हुंदा ते अद्धियां दा होर हुंदा। ਇਹਦੀ ਦਰੁਸਤਗੀ ਜਮਾਤ ਅਹਿਮਦੀਆ ਕਰ ਸਕਦੀ ਹੈ। ਮੇਰੀ ਗੱਲ ਵੀ ਇਤਮੀ ਨਹੀਂ ਹੋਣੀ, ਤੁਹਾਡੀ ਵੀ ਨਹੀਂ ਹੋਣੀ, ਬੰਬਾਸਟਿਕ ਭਾਈ ਦੀ ਵੀ ਨਹੀਂ ਹੋਣੀ, ਅਲੀ ਅਕਬਰ ਦੀ ਵੀ ਨਹੀਂ ਹੋਣੀ, ਮੋਹਸਨ ਸਾਹਿਬ ਦੀ ਵੀ ਨਹੀਂ ਹੋਣੀ, ਜੱਟ ਸਾਹਿਬ ਦੀ ਵੀ ਨਹੀਂ ਹੋਣੀ, ਕਾइंड हार्ट साहब ਦੀ ਵੀ ਨਹੀਂ ਹੋਣੀ, ਸ਼ਹਜ਼ਾਦ ਸਾਹਿਬ ਦੀ ਵੀ ਨਹੀਂ ਹੋਣੀ। ਹਤਮੀ ਗੱਲ ਜਿਹੜੀ ਹੈ ਉਹ ਨਿਜ਼ਾਮੇ ਜਮਾਤ ਹਜ਼ਰਤ ਖਲੀਫਤ ਮਸੀਹ ਖਾਮਸ ਦੀ ਜ਼ੇਰੇ ਕਿਆਦਤ ਹੋ ਸਕਦੀ ਹੈ। ਇਹ ਦਰੁਸਤਗੀ ਜਿਹੜਾ ਵੀ ਸ਼ੋਭਾ ਸਹੀ ਹੈ ਉਹਦਾ ਐਲਾਨ ਹੋ ਜਾਏ।
क्योंकि बात तो ये है कि हमारे खुलफा तो फिर नाउजुबिल्ला बंदे मरवा रहे हैं भी। मुझे कोई पूछे, ये कई लोग इतनी शहादतें हो गई हैं जी, आप मिर्जा साहब को क्या मानते हैं, अल्लाह का नबी रसूल, इनकार करो, नहीं करते भी इनकार। वो दुकानें लुट के ले गए, मकान लुट गए, हम भी कह सकते नहीं है ही नहीं जी, उन्होंने तो कभी किया ही नहीं दावा, कहीं भी नहीं है, बिल्कुल नहीं है। जो सिलसिला आदम सफीउल्लाह से चला वो रसूल अल्लाह पे खत्म हो गए। हज़रत मसीह मौद जो है वो तो नबी रसूल नहीं है, वो तो बड़े भरा हैं। तो बस ठीक है, फिर तो काम ठीक हो गया। लेकिन खलीफतुल मसीह राबे को आपने सुना कि उनका दावा है नबी और रसूल का, हमने तो सीधे साधे लोगों ने उनके, क्योंकि मैं तो इतना पढ़ा लिखा बंदा नहीं हूं भाई, तो असी तो जो खुलफा के मुंह से सुनते हैं वही पकड़ लेते हैं। बात वही है ना कि ये जो तवीले है ना, ये उनकी तरफ पाई जाती है। मैंने पहले भी अर्ज किया था कि गैर जमात की तरफ पाई जाती हैं तवीले। ये जमात अहमदिया में बिल्कुल कोई तवील नहीं है। जो जमात अहमदिया की तरफ मंसूब करके तवीलें करते हैं वो भी गलत करते हैं। अब जमात अहमदिया ने हज़रत खलीफतुल मसीह राबे रहमतुल्लाह अलैह का आपने बयान बड़ा कतई सुन लिया है, साफ वाज़ेह फरमाया है कि आप उम्मती नबी हैं हज़रत मसीह मौऊद अलैहिस्सलाम। इतनी सी बात है, यही बात करिए। शहजाद साहब ये बात तो हतमी आप हो गई। फिर अपनी मारते रह जा रहे हैं शहजाद साहब, हमारे अपने लोग हैं जो नहीं मानते इस बात को भाई। मैं वही तो अर्ज कर रहा हूँ, ओ फिर गलत अर्ज जहाँ कर रहे ये हो। मिसाल दी जाती है, मैं और मियाँ साहब यही पिट रहे हैं कैसी मैं यही तो अर्ज कर रहा हूँ कि जहाँ ये चलो मिसाल दी ठीक जाती है, है अब तो अंबिया की अपना जमात में की है, 139 भाई उसमें हजरत मसीह अलैहिस्सलाम भी खड़े हैं, चाहे लाने वाला कोई और होगा, हजरत मसीह अलैहिस्सलाम उसी जमात में शामिल हैं। ठीक है, तो गाली नहीं समझता ये। अभी आपसे किसी ने पूछा कि चाय लाने वाला कौन था? पता नहीं यार, असी सारे ही हम सारे थाली के बैंगल कटी हुई पतंगे और रेलू कटे हैं। बड़ा वाज़ेह मजमून है, मेरी बात सुनिए। नहीं यार, मैंने बड़ा वाज़ेह मजमून मैंने ये किताबें पढ़ी हुई हैं। ठीक है यार, हमने नहीं पढ़ी। हमने जहां जहां भी इन मज़ामीन को खोला है ना, वहां पर जवाब भी दिया हुआ है इन मज़ामीन का। ये पूरी इबारत पढ़नी पड़ती है, बंदे को पता लग जाता है कि साफ आप क्या फरमा रहे हैं। मगर ये कहना कि आप सिर्फ ज़िल्ली बरूज़ी नबी हैं और हकीकी नबी नहीं हैं, तो ये बिल्कुल ठीक नहीं है। ठीक है, ये आप हकीकी नबी हैं? हकीकी इन मैनों में कि आप उम्मती नबी हैं। नहीं, उन्होंने लिखा हुआ है मसीह मौद ने कि मैं हकीकी नबी हूं। ठीक है, हकीकत में आप नबी हैं। आपको नहीं पता तो क्यों मसीह? मैं वही अर्ज कर रहा हूँ कि आप हकीकत में नबी हैं, उम्मती नबी लेकिन हैं। उन्होंने कहा कि मैं हकीकी नबी हूं। नहीं, लेकिन इन्होंने कमरे बिल्कुल लिखा हुआ है अस्तगफिरुल्लाह रब्बी। हकीकी नबी आप जो बना रहे हैं, मुझे पता चल गया है आपकी बात से। हकीकी नबी का कि गैर शरी हो मगर आजाद हो, हज़रत मसीह मौऊद ने कहीं ये हज़रत मसीह मौऊद ने कहीं ये लिखा है कि मैं हकीकी नबी हूँ? हाँ जी। गैर हकीकी तो मुझे पता है कि उन्होंने कहा मैं गैर हकीकी हूँ। वो हजरत नबी करीम सल्लल्लाहु अलैहि वसल्लम का बयान करते हुए कहा है, मगर ये नहीं कहा कि मैं कोई नबी ही नहीं हूँ, मैं ज़िल्ली बरूज़ी हूँ। आपने लफ्ज इस्तेमाल किया कि हज़रत मसीह मौऊद हकीकी नबी हैं। ये कहीं लिखा उन्होंने कि मैं हकीकी नबी हूँ? उम्मती नबी का क्या मतलब है फिर? बस सानू नहीं पता यार। उम्मती हैं, बस इतनी सी बात है, उम्मती नबी हैं। हकीकी इन मैनों में मैं ये अर्ज कर रहा हूँ, आप समझे हैं, और मैंने इसीलिए अर्ज कर दी थी कि हकीकी कि आप असली हैं, यानी ये नहीं कि आप पे कोई छाप लगी हुई है और आप गलत तो बयान कर रहे हैं। गलत अल्फाज जब इस्तेमाल कर अल्लाह ताला ने जब आपको ये आप ये समझ रहे हैं कि यार तू ही सिर्फ किताबा पढ़ी पे जमने आ। आप जब गलत टर्मिनोलॉजी बोलते हैं ना, अपने जज्बात में आके लोग उसको पकड़ते हैं। अभी आपने बड़ा गलत लफ्ज बोला है कि हज़रत मसीह मौऊद हकीकी नबी हैं, उनकी मंशा के खिलाफ, उनकी किताबों के खिलाफ, जो कि एक गलत बात है। फिर आप एक्सप्लेनेशन पे आ जाते हैं जिसका कोई मैं नहीं मतलब नहीं, जितना मर्जी कहते रहे। मैं ये आप अपना जो फहम है उसमें ना डालें बीच में, इसी से कंफ्यूजन क्रिएट होती है। नहीं, मेरा नहीं ख्याल कोई कंफ्यूजन क्रिएट होती है। शायद शहजाद भाई बात मुबाशिर भाई की थोड़े यहाँ इस हद तक ठीक है, आपसे गलती से हो गया है, मान लें,
بعد میں جو بھی بات ہے آپ کو بھی پتہ ہے محسن صاحب میں عرض یہ کر رہا ہوں کہ جہاں آپ بہت ساری بحثیں چھیڑتے ہیں نگارس جماعت سے، وہاں پر یہ بھی بحث چھڑے کہ طویلیں اصل میں ان کی طرف ہیں، ہماری طرف نہیں ہے. جماعت احمدیہ کی کوئی طویل نہیں ہے. آپ اگر اس بات کو سمجھیں گے تو آپ پہ بڑی آسان ہے ان کو دلائل دینا. جماعت احمدیہ کا سیدھا سادہ موقف ہے کہ آپ اس امت میں وہی مسیح اور مہدی ہیں جس کی حضور صلی اللہ علیہ وآلہ وسلم نے پیشگوئی کی تھی. ٹھیک ہے، آپ امتی نبی ہیں حضرت مسیح علیہ السلام، اور کوئی ایسے نبی نہیں ہے کہ جو پہلے جیسے یہ حضرت عیسیٰ علیہ السلام کو متعلق کہتے ہیں کہ اس امت میں تو نبی تھے، اس امت میں آگے نبی نہیں ہوں گے. نبی ہوں گے مگر وہ نبوت کا اظہار نہیں کریں گے. یہ دیکھیں یہ طویلیں ہوتی ہیں. طویلیں یہ نہیں ہے کہ حضرت مسیح علیہ السلام نے کچھ کہا ہے کہ میں ذلی اور بروزی ہوں اور حضور صلی اللہ علیہ وآلہ وسلم کی رسالت کی تمام تر پیروی کی وجہ سے مجھے یہ نبوت ملی ہے. یہ کوئی طویل نہیں ہے، یہ تو بڑا واضح مضمون ہے جو مجددین نے پہلے بھی کھولا ہوا ہے، اولیاء اللہ نے بھی کھولا ہوا ہے. ٹھیک ہے، یہ کوئی نئی بات نہیں ہے. پھر کوئی اور ٹاپک شروع کر لیتے ہیں، کوئی اور بات کر لیتے ہیں. السلام علیکم ورحمۃ اللہ وبرکاتہ. وعلیکم السلام. بات سارے بھائی سنیے پیارے بھائی، بات اس طرح کہ یہ آپ اس وقت حضرت اقدس مسیح موعود علیہ السلام کا یہاں دعویٰ پھر وہ اوریجنل میں پڑھ لیں، کیونکہ یہ ٹاپک بالکل نا بکھرتا ہی جا رہا. میری بھی یہی ریکویسٹ ہے. آج جاننا طور سے علی اکبر بھائی نے بھی پہلے جو بات کی میں بھی اس سے متفق ہوں، اور یہ کہ حضرت اقدس مسیح موعود علیہ السلام کا جہاں لکھا ہوا یہ والا دعویٰ وہاں سے پڑھ لیں، کلیئر ہو جائے گا. رابطے کا بھی سن لیا بیان، اور میرا نہیں خیال کہ اس کو مزید یعنی کہ آپ ڈسکس کرتے جائیں اور موضوع جو آگے کا آگے پھیلتا جائے. جزاک اللہ. بات یہاں ختم کرتے ہیں، کوئی اور ٹاپک شروع کر لیتے ہیں. پھر ایک ختم کریں گے تو اگر یہ بھی بات تو علمی ہو رہی ہے، اگر اس کا یہی جو معین حل ہے نا، میں آپ کو وہی بتا سکتا ہوں کہ جو میاں صاحب نے بتایا ہے کہ ہماری طرف سے یہ جب کوئی غلط فہمی پیدا ہوتی ہے تو ہمارے نزدیک خلفاء ہمارے جو ہے نا وہ صحیح رہنما ہیں. تو ہمیں چاہیے کہ یہ اس کو غلط فہمی کو یہاں پر ڈسکس کرنے کے بجائے کوئی ہمارے جو بڑے ہیں ان کے سامنے یہ رکھی جائے بات، اور تحریر کی شکل میں حضور انور کے سامنے یہ بھیجی جائے تاکہ یہ کنفیوژن جو ہے نا مکمل طور پر ختم ہو جائے. جب ہمارے پاس خلفاء کی اور جی سارے میوٹ لگائیں، بات سنیں. طاہر صاحب کی بروڈ کے اوپر لگی ہیں 2-3 رپورٹیں کسی نے ماری ہیں، ان کی بروڈ کچھ دیر میں میرے خیال گرنے والی ہے. قصہ تمام یہ ہے کہ کوئی نبوت ختم نہیں ہوئی. قرآن پاک ہمارے پاس موجود ہے، کہیں جانے کی ضرورت نہیں ہے کہ فلاں سے پوچھ لو تو فلاں کو خط لکھ دو. قرآن پاک ضابطہ حیات موجود ہے، اس میں کسی جگہ پہ نہیں لکھا ہوا نبوت ختم ہو گئی، کسی جگہ پہ نہیں لکھا ہوا کہ دین مکمل ہو گیا. جب تک دنیا چل رہی ہے نبی آتے رہیں گے. غلام احمد قادیانی علیہ السلام حقیقی نبی ہیں، بالکل اصلی نبی ہیں، اللہ کے سچے پکے نبی ہیں. جڑا مرضی کرنا ہے کر لے، فضول بحث نہ کریں اس کے اندر. اپنی طرف سے باتیں کر کر کے سارے جناب فلانا نبی فلان نبی، شرعی نبی، غیر شرعی نبی، امتی نبی فلان. او یار نبی اللہ نے قرآن میں لکھا ہے یا بنی آدم اما یاتینکم، تمہارے میں رسول آتے رہیں گے. قصہ تمام. کہیں پہ لکھا ہوا آخری نبی نہیں لکھا ہوا کہیں پہ آخری نبی، لیکن اس کے برعکس لکھا ہوا ہے کہ تم میں رسول بھیجوں گا. تو پھر اس میں بحث کس چیز کی ہو رہی ہے؟ مسیح علیہ السلام نے جو کتابیں لکھی ہیں وہ اس وقت کے جو بد دماغ لوگ تھے ان لوگوں کو سمجھانے کے لیے حکمت کے ساتھ، نبی حکمت سے باتیں کرتے ہیں، معرفت سے کرتے ہیں. ان کا مطلب ہرگز یہ نہیں جو مرزا طاہر صاحب نے بات کری ہے وہی بات ہے کہ وہ نبی ہیں، وہ رسول ہیں. ختم. اللہ یہ ساری جس کے اوپر بحث ہو رہی ہے اس پر میں ایک تحریر پڑھ دیتا ہوں اگر آپ اجازت دیں. جی پڑھیں. حضرت مسیح موعود علیہ السلام فرماتے ہیں جس کامل انسان پر قرآن شریف نازل ہوا وہ خاتم الانبیاء بنے، مگر ان معنوں سے نہیں کہ آئندہ اس سے کوئی روحانی فیض نہیں ملے گا
بلکہ ان معنوں سے کہ وہ صاحب خاتم ہے، بجز اس کی مہر کے کوئی فیض کسی کو نہیں پہنچ سکتا، اور اس کی امت کے لیے قیامت تک مکالمہ مخاطبہ الہیہ کا دروازہ کبھی بند نہ ہوگا، اور بجز اس کے کوئی نبی صاحب خاتم نہیں، بس وہی ہیں جس کی مہر سے ایسی نبوت مل سکتی ہے جس کے لیے امتی ہونا لازمی ہے، اور اس کی ہمت اور ہمدردی نے امت کو ناقص حالت پر چھوڑنا نہیں چاہا، اور ان پر وحی کا دروازہ جو حصول معرفت کی اصل جڑ ہے بند رہنا گوارا نہیں کیا۔ ہاں، اپنی ختم رسالت کا نشان قائم رکھنے کے لیے یہ چاہا کہ فیض وحی آپ کی پیروی کے وسیلہ سے ملے، اور جو شخص امتی نہ ہو اس پر وحی الہی کا دروازہ بند ہو۔ سو خدا نے ان معنوں سے آپ کو خاتم الانبیاء ٹھہرایا، لہذا قیامت تک یہ بات قائم ہوئی کہ جو شخص سچی پیروی سے اپنا امتی ہونا ثابت کرے گا اور آپ کی مطابعت میں اپنا تمام وجود محو کرے گا، ایسا انسان قیامت تک نہ کوئی کامل وحی پا سکتا ہے، نہ کامل ملہم ہو سکتا ہے، کیونکہ مستقل نبوت حضرت صلی اللہ علیہ وسلم پر ختم ہو گئی ہے، مگر جلی نبوت جس کے معنی ہیں محض فیض محمدی سے وحی پانا، وہ قیامت تک جاری ہے۔ جزاکم اللہ۔ فیصلہ کریں اب آپ دوست کیا کہنا چاہتے ہیں حضرت مسیح موعود علیہ السلام۔ میں عرض کرنا چاہتا ہوں کہ حضرت مسیح موعود علیہ السلام نے اپنی نبوت کے بارے میں جو لفظ استعمال کیا غیر حقیقی، اب اس کو حقیقی نبی کہنا یہ صرف اور صرف ان سے متصادم ہے، ان کی خلاف ورزی ہے، ان کی رائے سے صریحاً اختلاف ہے۔ یہ تو در حقیقت حضرت مسیح موعود علیہ السلام نے یہی فرمایا ہے نا کہ میرے اپنے وجود کی تو کوئی حقیقت نہیں ہے، میرا وجود باہر نکال دیا جائے تو جو بھی میری تعلیم میرے پاس جو باقی بچتا ہے وہ محمد رسول اللہ صلی اللہ علیہ وسلم کا ہے، میری اپنی کوئی حیثیت نہیں ہے، اپنی ذات کو انہوں نے اس سے نفی کیا ہے، اپنی کوئی حقیقت نہیں انہوں نے بتائی، کیونکہ وہ انہوں نے یہی بتایا کہ میں اس میں فنا ہو گیا ہوں۔ کیوں طاہر حمزہ صاحب ایسا ہی کہا ہے نا انہوں نے، میں تو ہو گیا تو میں ہو گیا۔ ایک فارسی کا شعر ہے، مجھے یاد نہیں آ رہا، طاہر حمزہ صاحب آپ سنائیں۔ من تو شدم تو من شدی، من تن شدم تو جان شدی، میں تو ہوں اور تو میں ہے، میں ہوں، اگر تو جسم ہے تو میں جان ہوں، اگر تو جان ہے تو میں جسم ہوں، فرق نہیں کوئی بھی ہے۔ پاپا جی بیٹا۔ جی دوست تھوڑا